ਹੈਲਪਲੈਸ ਪ੍ਰੋਮ 'ਚ ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਭੰਡਾਰੀ ਮੈਡੀ ਸੈਂਟਰ ਫਰੀਦਕੋਟ। ਇਹ ਕਲੀਨਿਕ ਮਰੀਜ਼ਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਹ ਕਲੀਨਿਕ ਇੰਡੀਆ ਵਿੱਚ ਹੀ ਨਹੀਂ ਬਲਕਿ ਫੋਰਨ ਵਿੱਚ ਵੀ ਆਪਣਾ ਨਾਮ ਕਰ ਚੁੱਕਾ ਹੈ। ਇੱਥੇ ਹੇਅਰ ਟ੍ਰਾਂਸਪਲਾਂਟ, ਲੇਜ਼ਰ, ਡੈਂਟਲ, ਡਾਈਟ, ਕਾਸਮੈਟੋਲੋਜੀ, ਸਕਿਨ, ਜਨਰਲ ਮੈਡੀਸਿਨ ਅਤੇ ਹੋਰ ਵੱਖ-ਵੱਖ ਤਰੀਕੇ ਦੀ ਫੈਸਿਲਿਟੀ ਮੌਜੂਦ ਹੈ। ਆਪਣੇ ਪਿਤਾ ਮੁਕੇਸ਼ ਭੰਡਾਰੀ ਜੀ ਦੇ ਪੂਰਨਿਆਂ ਤੇ ਚੱਲਦੇ ਹੋਏ ਉਹਨਾਂ ਦੇ ਦੋਨੋਂ ਬੇਟੇ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੀ ਸੇਵਾਵਾਂ ਦੇ ਰਹੇ ਨੇ ਤੇ ਉਹਨਾਂ ਦੇ ਨਾਲ ਮੁਕੇਸ਼ ਭੰਡਾਰੀ ਜੀ ਦੇ ਪੁੱਤਰ ਵਧੂ ਵੀ ਕਲੀਨਿਕ ਵਿਖੇ ਆਪਣੀ ਸੇਵਾਵਾਂ ਦੇ ਰਹੀਆਂ ਨੇ। ਦੂਰੋਂ ਪੇਸ਼ੈਂਟਸ ਇੱਥੇ ਪਹੁੰਚਦੇ ਹਨ ਤੇ ਆਪਣਾ ਟ੍ਰੀਟਮੈਂਟ ਕਰਵਾਉਂਦੇ ਨੇ। ਇੱਥੋਂ ਦੀ ਸਭ ਤੋਂ ਵਿਸ਼ੇਸ਼ ਗੱਲ ਕੈਨੇਡਾ ਦੇ MLA ਸਰਦਾਰ ਦਲਜੀਤ ਸਿੰਘ ਬਰਾੜ ਜੀ, ਜਿਨ੍ਹਾਂ ਨੇ ਇਸ ਕਲੀਨਿਕ ਵਿੱਚ ਵਿਸ਼ੇਸ਼ ਤੌਰ ਤੇ ਵਿਜ਼ਿਟ ਕੀਤਾ ਤੇ ਇਸ ਕਲੀਨਿਕ ਦੀ ਬੇਹੱਦ ਤਾਰੀਫ ਕੀਤੀ। ਸਾਡੀ ਟੀਮ ਨੇ ਇੱਥੇ ਪੇਸ਼ੈਂਟਸ ਦੇ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਭੰਡਾਰੀ ਮੈਡੀ ਸੈਂਟਰ ਦੀ ਬੇਹੱਦ ਤਾਰੀਫ ਕੀਤੀ। ਸਾਡੀ ਟੀਮ ਨੇ ਪ੍ਰਦੀਪ ਭੰਡਾਰੀ ਜੀ ਅਤੇ ਉਹਨਾਂ ਦੇ ਪੂਰੇ ਪਰਿਵਾਰ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਜੋ ਕਿ ਸਾਰੇ ਹੀ ਡਾਕਟਰਸ ਨੇ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਸੇਵਾਵਾਂ ਦੇ ਰਹੇ ਨੇ। ਸਾਡੀ ਟੀਮ ਨਾਲ ਗੱਲਬਾਤ ਕਰਦੇ ਉਹਨਾਂ ਨੇ ਸਾਨੂੰ ਇਸ ਕਲੀਨਿਕ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਆਓ ਲੈ ਕੇ ਚੱਲਦੇ ਤੁਹਾਨੂੰ ਭੰਡਾਰੀ ਮੈਡੀ ਸੈਂਟਰ ਫਰੀਦਕੋਟ। ਭੰਡਾਰੀ ਮੈਡੀ ਸੈਂਟਰ ਵਿਖੇ ਆ ਕੇ ਬੜਾ ਪਿਆਰ ਮਿਲਿਆ, ਬੜਾ ਚੰਗਾ ਲੱਗ ਰਿਹਾ ਸਾਰੀ ਟੀਮ ਨੂੰ ਮਿਲ ਕੇ। ਇਹਨਾਂ ਨੂੰ ਮੈਂ ਇਹੀ ਕੰਪਲੀਮੈਂਟ ਦੇ ਰਿਹਾ ਸੀਗਾ ਕਿ ਤੁਸੀਂ ਬਾਹਰੋਂ ਪੜ੍ਹ ਕੇ ਆ ਕੇ, ਵੱਡੇ ਸ਼ਹਿਰਾਂ 'ਚੋਂ ਪੜ੍ਹ ਕੇ ਆ ਕੇ ਵਾਪਸ ਆਪਣੇ ਇਲਾਕੇ ਦੇ ਵਿੱਚ, ਛੋਟੇ ਸ਼ਹਿਰ ਦੇ ਵਿੱਚ, ਆਪਣੇ ਟਾਊਨ ਦੇ ਵਿੱਚ, ਆਪਣੇ ਜ਼ਿਲ੍ਹੇ ਦੇ ਵਿੱਚ ਆਪਣੇ ਲੋਕਾਂ ਦੀ ਸੇਵਾ ਕਰ ਰਹੇ ਹੋ। ਇਹ ਇੱਕ ਬਹੁਤ ਡੇਅਰਿੰਗ ਸਟੈਪ ਹੁੰਦਾ ਹੈ ਕਿ ਤੁਸੀਂ ਬਾਹਰੋਂ ਐਜੂਕੇਸ਼ਨ ਲੈ ਕੇ ਵਾਪਸ ਆ ਕੇ ਉਸ ਇਲਾਕੇ ਦੀ ਇਕਨੋਮੀ ਨੂੰ, ਉੱਥੋਂ ਦੀ ਆਰਥਿਕਤਾ ਨੂੰ ਸਹਾਰਾ ਦੇ ਰਹੇ ਹੋ, ਲੋਕਾਂ ਦੀ ਸੇਵਾ ਕਰ ਰਹੇ ਹੋ, ਆਪਣੀਆਂ ਪ੍ਰੋਫੈਸ਼ਨਲ ਸਰਵਿਸਿਜ਼ ਦੇ ਰਹੇ ਹੋ। ਆਈ ਐਮ ਰੀਅਲੀ ਹੈਪੀ ਟੂ ਸੀ ਇਟ ਹੈਪਨ ਹੀਅਰ ਐਂਡ ਆਈ ਰੀਅਲੀ ਕੰਗ੍ਰੈਚੁਲੇਟ ਦ ਹੋਲ ਟੀਮ। ਆਲ ਦ ਬੈਸਟ, ਆਲ ਦ ਬੈਸਟ। ਦਰਸ਼ਕੋ, ਪੰਜਾਬ ਪਲਸ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਭੰਡਾਰੀ ਕਲੀਨਿਕ ਔਰ ਗੱਲ ਕਰ ਰਹੇ ਹਾਂ ਪ੍ਰਦੀਪ ਭੰਡਾਰੀ ਜੀ ਦੇ ਨਾਲ, ਜਿਨ੍ਹਾਂ ਨੇ ਬੂਟਾ ਲਾਇਆ ਔਰ ਦੋਨੇ ਬੇਟਿਆਂ ਨੂੰ, ਇੱਕ ਬੇਟਾ ਜਿਹੜਾ ਹੈਗਾ ਅੱਜ ਹੇਅਰ ਟ੍ਰਾਂਸਪਲਾਂਟ ਦੇ ਵਿੱਚ ਪੁੱਤਰ ਵਧੂ ਜਿਹੜੀ ਹੈਗੀ ਆ ਨਾਲ ਉਹਦੇ ਸੇਵਾ ਕਰ ਰਹੀ ਹੈਗੀ ਆ, ਔਰ ਇੱਕ ਬੇਟਾ ਜਿਹੜਾ ਹੈਗਾ ਐਜ਼ ਏ ਡੈਂਟਲ ਸਰਜਨ ਔਰ ਡਾਈਟੀਸ਼ੀਅਨ ਉਹ ਸੇਵਾ ਕਰ ਰਹੇ ਨੇ। ਪ੍ਰਦੀਪ ਜੀ, ਸਵਾਗਤ ਹੈ ਤੁਹਾਡਾ। ਕੀ ਕਹਿਣਾ ਚਾਹੋਗੇ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਜਿਸ ਤਰੀਕੇ ਨਾਲ ਸੇਵਾ ਭਾਵ ਦੇ ਨਾਲ ਇਹ ਕਲੀਨਿਕ ਸਟਾਰਟ ਕੀਤਾ ਸੀਗਾ ਔਰ ਤੁਹਾਡੇ ਮਨ ਸੀਗਾ ਕਿ ਮੈਂ ਆਪਣੇ ਬੱਚਿਆਂ ਨੂੰ ਵੀ ਬਾਹਰ ਭੇਜਣ ਦੀ ਬਜਾਏ ਆਪਣੇ ਬੱਚਿਆਂ ਨੂੰ ਆਪਣੇ ਦਿਲ ਨਾਲ ਲਗਾ ਕੇ ਇੰਡੀਆ ਦੇ ਵਿੱਚ ਰੱਖਾਂ ਔਰ ਉਹ ਇੱਥੇ ਹੀ ਸੇਵਾ ਕਰਨ, ਕੀ ਕਹਿਣਾ ਚਾਹੋਗੇ? ਡਾਕਟਰ ਮੁਕੇਸ਼ ਭੰਡਾਰੀ, ਰਿਟਾਇਰਡ ਸੀਨੀਅਰ ਲੈਕਚਰਰ ਡਾਈਟ ਫਰੀਦਕੋਟ। ਸ਼ੁਰੂ ਤੋਂ ਹੀ ਮੇਰੇ ਐਜ਼ ਏ ਟੀਚਰ ਐਜੂਕੇਟਰ ਮੈਂ 37 ਇਅਰਸ ਕੰਮ ਕੀਤਾ। ਬਹੁਤ ਸਾਰੀਆਂ ਐਜੂਕੇਸ਼ਨ ਦੀਆਂ ਬੁੱਕਸ ਲਿਖੀਆਂ ਜਿਹੜੀਆਂ ਐਜੂਕੇਸ਼ਨ ਨਾਲ ਜੋ ਟੀਚਰਸ ਟ੍ਰੇਨਿੰਗਸ ਵਿੱਚ ਲੱਗਦੀਆਂ ਜਾਂ ਜੋ ETT B.Ed ਕਰਦੇ ਨੇ ਟੀਚਰਸ, ਉਹਨਾਂ ਨੂੰ ਮੇਰੀਆਂ ਬੁੱਕਸ ਲੱਗਦੀਆਂ। ਤਾਂ ਸ਼ੁਰੂ ਤੋਂ ਹੀ ਇੱਕ ਟਾਰਗੇਟ ਸੀ ਕਿ ਮੈਂ ਆਪਦੇ ਬੱਚਿਆਂ ਨੂੰ ਅੱਛੀ ਤਾਲੀਮ ਦੇ ਕੇ ਇੱਥੇ ਪੰਜਾਬ ਦੇ ਵਿੱਚ ਹੀ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਾਂ। ਅਤੇ ਇਸੇ ਕਰਕੇ ਬੱਚਿਆਂ ਨੂੰ ਇਹ ਗੱਲ ਹਮੇਸ਼ਾ ਜ਼ਿੰਦਗੀ ਦੇ ਵਿੱਚ ਸਮਝਾਈ ਹੈ ਕਿ ਓਨੈਸਟਲੀ, ਇਮਾਨਦਾਰੀ ਨਾਲ, ਡੈਡੀਕੇਸ਼ਨ ਦੇ ਨਾਲ ਕੰਮ ਕਰਨਾ ਹੈ। ਲੋਕਾਂ ਨੂੰ ਜੋ ਵਾਅਦਾ ਕਰਨਾ ਉਹ ਪੂਰਾ ਕਰਨਾ ਹੈ। ਇਸੇ ਕਰਕੇ ਹੀ ਪਿਛਲੇ 6 ਸਾਲ ਤੋਂ ਜਦੋਂ ਤੋਂ ਇਹ ਸੈਂਟਰ ਚੱਲ ਰਿਹਾ ਹੈ, ਅੱਜ ਤੱਕ ਵੀ ਜੋ ਵੀ ਲੋਕ ਆਏ ਨੇ ਉਹ ਸੰਤੁਸ਼ਟ ਹੋ ਕੇ ਗਏ ਨੇ। ਇਹਨਾਂ ਨੂੰ ਬੱਚਿਆਂ ਨੂੰ ਅੱਛੀਆਂ ਕਦਰਾਂ ਕੀਮਤਾਂ ਦਿੱਤੀਆਂ। ਚਾਰੇ ਬੱਚੇ ਡਾਕਟਰਸ ਨੇ। ਇਹਨਾਂ ਨੂੰ ਅੱਛੀਆਂ ਕਦਰਾਂ ਕੀਮਤਾਂ ਦਿੱਤੀਆਂ ਕਿ ਜ਼ਿੰਦਗੀ ਦੇ ਵਿੱਚ ਜੋ ਗੱਲ ਤੁਸੀਂ ਕਿਸੇ ਨਾਲ ਕਰਨੀ ਹੈ ਉਹ ਗੱਲ ਆਪਦੀ ਪੂਰੀ ਕਰਨੀ ਹੈ। ਤਾਂ ਮੈਨੂੰ ਇਸ ਗੱਲ ਦੀ ਖੁਸ਼ੀ ਹੈ, ਇਸ ਗੱਲ ਦਾ ਮਾਣ ਹੈ ਕਿ ਫਰੀਦਕੋਟ ਦੇ ਵਿੱਚ ਰਹਿ ਕੇ ਹੀ ਲੋਕਾਂ ਦੀ ਸੇਵਾ ਕਰ ਰਹੇ ਹੈ। ਤਨਦੇਹੀ ਦੇ ਨਾਲ, ਇਮਾਨਦਾਰੀ ਨਾਲ, ਡੈਡੀਕੇਸ਼ਨ ਦੇ ਨਾਲ ਜਿਹੜੀ ਹੈਗੀ ਕਰਦੇ ਹੈ। ਇਹਨਾਂ ਨੂੰ ਕਿਹਾ ਕਦੇ ਵੀ ਆਰਥਿਕਤਾ ਨੂੰ ਪਹਿਲ ਨਹੀਂ ਦੇਣੀ, ਮਨੁੱਖ ਨੂੰ ਪਹਿਲ ਦੇਣੀ ਹੈ। ਉਹਦੀ ਚੰਗੀ ਸਿਹਤ ਨੂੰ ਵੇਖ ਕੇ ਫਿਰ ਹੀ ਅਸੀਂ ਕੋਈ ਟ੍ਰੀਟਮੈਂਟ ਸ਼ੁਰੂ ਕਰਨਾ ਹੈ ਅਤੇ ਜਿਸ ਤਰੀਕੇ ਦੀ ਵੀ ਵੱਧ ਤੋਂ ਵੱਧ ਕਿਸੇ ਦੀ ਸਹਾਇਤਾ ਹੋ ਸਕਦੀ ਹੈ ਉਸ ਤਰੀਕੇ ਨਾਲ ਸਹਾਇਤਾ ਕਰਨੀ ਹੈ। ਵੱਡੇ ਜਿਹੜੇ ਬੇਟਾ ਮੇਰਾ ਹੈਗਾ ਉਹ ਡੈਂਟਲ ਡਾਕਟਰ ਨੇ, ਡਾਕਟਰ ਜਸ਼ਨ ਭੰਡਾਰੀ, ਅਤੇ ਉਹਨਾਂ ਦੀ ਵਾਈਫ ਸ਼ਾਨੂ ਭੰਡਾਰੀ, ਡਾਕਟਰ ਸ਼ਾਨੂ ਭੰਡਾਰੀ, ਉਹ ਡੈਂਟਲ ਦਾ ਕੰਮ ਕਰਦੇ ਨੇ, ਨਾਲ ਡਾਈਟੀਸ਼ੀਅਨ ਦਾ ਕੰਮ ਵੀ ਕਰਦੇ ਨੇ। ਵੱਡੇ ਬੇਟੇ ਨੇ USA ਦਾ ਟੈਸਟ ਕਲੀਅਰ ਕੀਤਾ ਹੈ, ਜੋ ਵਰਕ ਟੂ ਹੋਮ ਜਿਹੜਾ ਹੈਗਾ ਉਹ ਮੈਡੀਕਲ ਦੇ ਵਿੱਚ ਉਹਨਾਂ ਨੂੰ ਐਡਵਾਈਜ਼ ਕਰਦੇ ਨੇ। ਛੋਟਾ ਜਿਹੜਾ ਡਾਕਟਰ ਸੌਰਵ ਭੰਡਾਰੀ ਅਤੇ ਉਹਨਾਂ ਦੀ ਵਾਈਫ ਡਾਕਟਰ ਨਵਨੀਤ ਭੰਡਾਰੀ, ਇਹ ਜਿਹੜੇ ਹੈਗੇ ਆ ਹੇਅਰ ਟ੍ਰਾਂਸਪਲਾਂਟ ਦੇ ਵਿੱਚ ਚਾਰੇ ਜਣੇ ਮਿਲ ਕੇ ਕੰਮ ਕਰਦੇ ਨੇ। ਇਹਨਾਂ ਨੇ ਸਪੈਸ਼ਲਾਈਜੇਸ਼ਨ ਟ੍ਰੇਨਿੰਗ ਉੱਥੋਂ ਪ੍ਰਾਪਤ ਕੀਤੀ ਹੈ ਅਤੇ ਫਰੀਦਕੋਟ ਦੇ ਲੋਕਾਂ ਦੀ ਕਿੱਤੇ ਦੇ ਵਿੱਚ ਲੋਕਾਂ ਦੀ ਜਿਹੜੀ ਹੈਗੀ ਖਿੱਤੇ ਦੇ ਵਿੱਚ ਸੇਵਾ ਕਰਦੇ ਹੈ। ਅਤੇ ਮੈਂ ਆਸ ਕਰਦਾ ਕਿ ਇਸੇ ਤਰੀਕੇ ਨਾਲ ਹੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਡੈਡੀਕੇਸ਼ਨ ਦੇ ਨਾਲ ਅਤੇ ਮਿਹਨਤ ਦੇ ਨਾਲ ਜਿਹੜਾ ਹੈਗਾ ਇਹ ਕੰਮ ਕਰਦੇ ਰਹਿਣਗੇ। ਅਤੇ ਪ੍ਰੋ ਪਲੱਸ TV ਦਾ ਜਿਹੜਾ ਹੈਗਾ ਬਹੁਤ ਧੰਨਵਾਦ ਕਿ ਉਹਨਾਂ ਨੇ ਅੱਜ ਜਿਹੜਾ ਹੈਗਾ ਇੱਥੇ ਆ ਕੇ ਇਸ ਗੱਲ ਨੂੰ ਕਵਰ ਕੀਤਾ ਅਤੇ ਸਾਡੀਆਂ ਭਾਵਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਸਾਡੀ ਮਦਦ ਕੀਤੀ ਹੈ। ਧੰਨਵਾਦ ਜੀ। ਦਰਸ਼ਕੋ, ਪੰਜਾਬ ਪਲਸ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਭੰਡਾਰੀ ਕਲੀਨਿਕ ਦੇ ਉੱਪਰ ਜਿਹੜਾ ਕਿ ਫਰੀਦਕੋਟ ਵਿਖੇ ਸਥਿਤ ਹੈ ਔਰ ਗੱਲ ਕਰ ਰਹੇ ਹਾਂ ਡਾਕਟਰ ਸੌਰਵ ਭੰਡਾਰੀ ਜੀ ਦੇ ਨਾਲ, ਜਿਨ੍ਹਾਂ ਦਾ ਇਨੀਸ਼ੀਏਟਿਵ ਹੈ ਕਿ ਅਸੀਂ ਇੱਥੇ ਲੋਕਾਂ ਨੂੰ ਸੋਹਣੇ ਬਣਾਉਣਾ, ਉਹਨਾਂ ਦੇ ਝੁਰੜੀਆਂ ਹੋਣ, ਉਹਨਾਂ ਦੇ ਵਾਲਾਂ ਦੇ ਉੱਤੇ ਵਾਲ ਕੱਟ ਹੋਣ, ਗੰਜਾਪਨ ਹੋਵੇ
ਜਾਂ ਕਿਸੇ ਵੀ ਤਰ੍ਹਾਂ ਦੀ ਉਹਨਾਂ ਦੇ ਪਿੰਪਲਸ ਹੋਣ, ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਦੇਣੀ, ਉਹਨਾਂ ਦੀ ਕੰਪਲੈਕਸ਼ਨ ਚੇਂਜ ਕਰਨੀ, ਉਹ ਇਹ ਸੇਵਾ ਕਰ ਰਹੇ ਨੇ। ਸੌਰਵ ਜੀ ਇੱਥੇ ਵੀ ਕਰ ਰਹੇ ਨੇ, ਕੋਟਕਪੂਰਾ ਵੀ ਕਰ ਰਹੇ ਨੇ, ਔਰ ਜਿਹੜੇ ਕੋਈ ਪਲਾਸਟਿਕ ਸਰਜਰੀ ਦੇ ਕੇਸ ਆ ਅੰਬਾਲੇ ਵਿੱਚ ਵੀ ਨਾਲ ਅਟੈਚ ਕਰ ਰਹੇ ਨੇ। ਡਾਕਟਰ ਸਾਹਿਬ ਸਵਾਗਤ ਆ, ਤੁਹਾਡੀ ਸਾਰੀ ਫੈਮਿਲੀ, ਤੁਹਾਡੀ ਵਾਈਫ, ਤੁਸੀਂ ਸਾਰੀ ਸੇਵਾ ਕਰ ਰਹੇ ਹੋ, ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਪੰਜਾਬ ਪਲੱਸ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਸੌਰਵ ਜੀ ਕੀ ਕਹਿਣਾ ਚਾਹੋਗੇ ਕਿ ਜਦੋਂ ਬੰਦਾ ਸੁਬਾਹ ਉੱਠਦਾ, ਅਗਰ ਉਹਦੇ ਥੋੜੇ ਜਿਹੇ ਵਾਲ ਘਟਦੇ ਆ ਤੇ ਉਹਦੀ ਜਾਨ ਨਿਕਲਣ ਲੱਗ ਜਾਂਦੀ ਆ, ਯਾਰ ਅੱਛਾ ਗੰਜਾ ਨਾ ਹੋ ਜਾ, ਗੰਜ ਨਾ ਪੈ ਜੇ, ਔਰ ਜਦੋਂ ਉਹ ਪੈ ਜਾਂਦੀ ਆ ਉਹ ਲੋਕ ਤਾਂ ਹੋਰ ਵੀ ਡਿਪਰੈਸ਼ਨ ਚਲੇ ਜਾਂਦੇ ਆ, ਔਰ ਉਹਨਾਂ ਲੋਕਾਂ ਨੂੰ ਨਵੀਂ ਜ਼ਿੰਦਗੀ ਦੇ ਰਹੇ ਹੋ, ਕੀ ਕਹਿਣਾ ਚਾਹੋਗੇ? ਕਿਉਂਕਿ ਇਸ ਚੀਜ਼ ਦੇ ਵਿੱਚ ਬੜੀ ਵੱਡੀ ਮਾਰਕੀਟ ਬਣ ਗਈ ਹੈ, ਇਹਦੇ 'ਚ ਲੋਕਾਂ ਨੂੰ ਅਸਲੀ ਨਕਲੀ ਦਾ ਪਤਾ ਹੀ ਨਹੀਂ ਲੱਗਦਾ ਹੈਗਾ, ਉਹਦੇ ਕਰਕੇ ਲੋਕ ਜਿਹੜੇ ਹੈਗੇ ਅਸਮੰਜਸ ਸਥਿਤੀ 'ਚ ਹੈਗਾ, ਕੀ ਕਹਿਣਾ ਚਾਹੋਗੇ? ਜਿਹੜੇ ਵਾਲ ਹੈਗੇ ਆ, ਵਾਲ ਬੋਡੀ ਦਾ ਬਹੁਤ ਇੱਕ ਕ੍ਰੂਸ਼ੀਅਲ ਅੱਜ ਦੇ ਟਾਈਮ ਤੇ ਜਿਹੜਾ ਆਪਣਾ ਸੁੰਦਰਤਾ ਦਾ ਅੱਜ ਕੱਲ੍ਹ ਇੱਕ ਟ੍ਰੈਂਡ ਹੈਗਾ, ਉਹਦੇ ਲਈ ਵਾਲ ਬਹੁਤ ਇੱਕ ਕ੍ਰੂਸ਼ੀਅਲ ਐਸਪੈਕਟ ਹੈ ਬੋਡੀ ਦਾ, ਜਿਹਦੇ ਵਿੱਚ ਇਹ ਹੈਗਾ ਕਿ ਜਦੋਂ ਹੇਅਰ ਫਾਲ ਜਾਂਦਾ ਹੈ ਉਦੋਂ ਅਸੀਂ ਇੱਕ ਸਾਡੇ ਇੰਡੈਕਸ ਹੁੰਦਾ ਕੁਆਲਿਟੀ ਆਫ ਲਾਈਫ ਇੰਡੈਕਸ, ਉਹ ਬਹੁਤ ਜ਼ਿਆਦਾ ਹੈਂਪਰ ਹੋ ਜਾਂਦਾ ਹੈ। ਜਿਵੇਂ ਕਿਸੇ ਦਾ ਵਿਆਹ ਸ਼ਾਦੀ ਹੈ, ਕਿਸੇ ਦੀ ਜੌਬ ਹੈ, ਕਿਸੇ ਨੂੰ ਕੋਈ ਆਪਣਾ ਨਾਰਮਲ ਡੇ ਟੂ ਡੇ ਲਾਈਫ ਦੇ ਰੂਟੀਨਸ ਹੈ, ਜਿਹਦੇ ਵਿੱਚ ਜਦੋਂ ਗੰਜਾਪਨ ਹੁੰਦਾ ਉਦੋਂ ਉਹਨਾਂ ਦਾ ਕੌਨਫੀਡੈਂਸ ਪਿੱਛੇ ਇੱਕ ਪੈਰ ਪੁੱਲ ਕਰਦਾ ਪਿੱਛੇ। ਉਸ ਜਗ੍ਹਾ ਤੇ ਜਦੋਂ ਸਾਡੇ ਕੋਲ ਬੰਦਾ ਆਉਂਦਾ, ਜਦੋਂ ਅਸੀਂ ਉਹਨਾਂ ਦਾ ਚੈੱਕਅਪ ਕਰਦੇ ਹਾਂ, ਸਾਰਾ ਕਰਦੇ, ਉਦੋਂ ਸਭ ਤੋਂ ਮੇਨ ਉਹਨਾਂ ਦਾ ਇਹੀ ਹੁੰਦਾ ਹੈ ਕਿ ਸਰ ਮੈਂ ਬਹੁਤ ਪਰੇਸ਼ਾਨ ਹਾਂ, ਮੇਰੇ ਜਿਹੜੇ ਵਾਲ ਹੈਗੇ ਨੇ ਉਹ ਝੜ ਰਹੇ ਨੇ, ਮੇਰੇ ਗੰਜਾਪਨ ਆ ਚੁੱਕਾ ਹੈ। ਐਂਡ ਸਭ ਤੋਂ ਵੱਡੀ ਗੱਲ, ਬਹੁਤ ਹੀ ਛੋਟੀ ਉਮਰ ਦੇ ਵਿੱਚ ਇਹ ਪ੍ਰੋਬਲਮਸ ਆ ਰਹੀਆਂ, ਕਿਉਂਕਿ ਮੇਰੇ ਕੋਲ ਕਈ ਵਾਰ ਤਾਂ ਤੁਸੀਂ ਮੰਨੋਗੇ ਨਹੀਂ 16-17 ਸਾਲ ਦੇ ਲੜਕੇ ਜਿਨ੍ਹਾਂ ਦਾ ਗੰਜਾਪਨ ਆ ਚੁੱਕਾ, ਉਹ ਵੀ ਆਪਣੇ ਕੋਲ ਆ ਕੇ ਬੈਠੇ ਹੁੰਦੇ ਆ। 20 ਸਾਲ 25 ਸਾਲ ਦੀ ਉਮਰ ਦੇ ਵਿੱਚ ਪੂਰਾ ਸਿਰ ਗੰਜਾ ਹੋ ਜਾਂਦਾ ਹੈ। ਉਸ ਜਗ੍ਹਾ ਤੇ ਫਿਰ ਅਸੀਂ ਵਿਦਿਨ 6 ਮੰਥਸ ਉਹਨਾਂ ਦਾ ਕੰਪਲੀਟ ਕਵਰ ਕਰਾ ਦਿੰਦੇ ਹਾਂ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਕਿ ਲੋਕਾਂ ਦੇ ਮਨ ਦੇ ਵਿੱਚ ਇੱਕ ਇਨਫੋਬੀਆ, ਉਹਨਾਂ ਦੇ ਮਨ ਦੇ ਵਿੱਚ ਡਰ ਜਿਹਾ ਪੈਦਾ ਹੋਇਆ ਹੁੰਦਾ ਕਿ ਪਤਾ ਨਹੀਂ ਅਸੀਂ ਆਪਣੇ ਬ੍ਰੇਨ ਦੇ ਨਾਲ ਖੇਲਦੇ ਹਾਂ, ਕੀ ਕਹਿਣਾ ਚਾਹੋਗੇ ਕਿ ਬ੍ਰੇਨ ਤਾਂ ਬੜਾ ਨੀਚੇ ਜਾ ਕੇ ਹੈਗਾ, ਇਹ ਤਾਂ ਉੱਪਰਲੀ ਲੇਅਰ ਹੈਗੀਆਂ, ਔਰ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਵਹਿਮ ਆ, ਕੀ ਕਹਿਣਾ ਚਾਹੋਗੇ ਕਿ ਇੱਕ ਕੇਸ ਕਿਉਂ ਖਰਾਬ ਹੋ ਗਿਆ? ਕਿਉਂਕਿ ਜਿਹੜਾ ਬੰਦਾ ਅਨਟ੍ਰੇਨਡ ਬੰਦਾ ਕੋਲ ਚਲਾ ਜਾਊਗਾ, ਜਿਹੜੇ ਬੰਦੇ ਨੂੰ ਨੌਲੇਜ ਨਹੀਂ ਇਸ ਚੀਜ਼ ਦੀ, ਉਹਦੇ ਕੋਲ ਚਲਾ ਜਾਊਗਾ ਤਾਂ ਨੈਚੁਰਲੀ ਗੱਲ ਰਿਜ਼ਲਟ ਖਰਾਬ ਹੋਣੇ, ਔਰ ਉਹ ਰਿਜ਼ਲਟ ਆ ਜਿਹੜੇ ਉਹ ਇੱਕ ਚੰਗੇ ਬੰਦਿਆਂ ਨੂੰ ਜਿਨ੍ਹਾਂ ਨੇ ਇੱਕ ਕੁਆਲੀਫਿਕੇਸ਼ਨ ਲੈ ਕੇ ਇਸ ਫੀਲਡ 'ਚ ਆਏ ਹੈਗੇ ਆ, ਉਹਨਾਂ ਲਈ ਵੀ ਹਰਡਲਸ ਪੈਦਾ ਹੁੰਦੇ। ਸਰ ਤੁਹਾਨੂੰ ਮੈਂ ਇੱਕ ਚੀਜ਼ ਨੋਟ ਕਰਾਉਣਾ ਚਾਹੂੰਗਾ, ਅਸੀਂ ਇੱਥੇ ਨਾ ਰੀਕਰੈਕਸ਼ਨ ਕੇਸਿਸ, ਮਤਲਬ ਦੂਜੇ ਸੈਂਟਰਾਂ ਦੇ ਖਰਾਬ ਕੀਤੇ ਜਾਂ ਜਿਨ੍ਹਾਂ ਦਾ ਫॉर ਐਨੀ ਰੀਜ਼ਨ, ਆਪਾਂ ਇਹ ਨਹੀਂ ਕਹਿ ਰਹੇ, ਫॉर ਐਨੀ ਰੀਜ਼ਨ ਜੇ ਕਿਸੇ ਦਾ ਟ੍ਰਾਂਸਪਲਾਂਟ ਖਰਾਬ ਹੋਇਆ, ਅਸੀਂ ਇੱਥੇ ਉਹਨੂੰ ਕਰੈਕਟ ਕਰਦੇ ਹਾਂ। ਸਾਡੇ ਕੋਲ ਉਸ ਲੈਵਲ ਦੀ ਟੈਕਨੋਲੋਜੀ ਹੈ ਬੇਸਿਕਲੀ। ਹੁਣ ਪੁਆਇੰਟ ਹੈਗਾ ਕਿ ਜੇ ਤੁਸੀਂ ਡਾਕਟਰਸ ਕੋਲ ਨਾ ਜਾ ਕੇ, ਅਨਟ੍ਰੇਨਡ ਸਟਾਫ ਕੋਲ ਜਾ ਕੇ ਤੁਸੀਂ ਆਪਦਾ ਹੇਅਰ ਟ੍ਰਾਂਸਪਲਾਂਟ ਕਰਾਓਗੇ ਘੱਟ ਰੇਟਾਂ ਤੇ ਵਾਲ ਇੱਕ ਇਹ ਜਿਹੀ ਚੀਜ਼ ਹੈ ਜਿਹੜੀ ਤੁਸੀਂ ਲਾਈਫ ਲੌਂਗ ਕੈਰੀ ਕਰਨਾ ਹੈ। ਐਂਡ ਇਹ ਵੀ ਹੈਗਾ ਕਿ ਕੋਈ ਬਾਹਰੋਂ ਅਸੀਂ ਚੱਕ ਕੇ ਤੁਹਾਨੂੰ ਵਾਲ ਨਹੀਂ ਦੇਣੇ, ਤੁਹਾਡੀ ਬੋਡੀ 'ਚੋਂ ਹੀ ਕੱਢ ਕੇ ਆਪਾਂ ਸਿਰਫ ਜਗ੍ਹਾ ਬਦਲਣੀ ਹੈ। ਉਹਦੇ ਲਈ ਅਸੀਂ ਤੁਹਾਨੂੰ ਸੁਜੈਸਟ ਕਰਾਂਗੇ ਹਮੇਸ਼ਾ ਇੱਕ ਡਾਕਟਰ ਕੋਲ ਜਾਓ, ਹਮੇਸ਼ਾ ਆਪਣਾ ਇੱਕ ਪ੍ਰੋਪਰ ਜਿਹੜਾ ਟ੍ਰੇਨਡ ਪਰਸਨਲ ਹੈ, ਜਿਹੜਾ ਆਪਣਾ ਪ੍ਰੋਪਰ ਕੁਆਲੀਫਾਈਡ ਪਰਸਨ ਹੈ, ਜਿਹੜਾ ਇਸ ਟ੍ਰਾਂਸਪਲਾਂਟ ਨੂੰ ਕੈਰੀ ਅਲੋਂਗ ਕਰ ਸਕਦਾ ਹੈ। ਹੁਣ ਅਸੀਂ ਇਸ ਜਗ੍ਹਾ ਤੇ ਫਰੀਦਕੋਟ ਦੇ ਵਿੱਚ ਇਹੀ ਟ੍ਰੈਂਡ ਚੇਂਜ ਕੀਤਾ ਸੀ ਕਿ ਇੱਥੇ ਸਿਰਫ ਡਾਕਟਰਸ ਹੀ ਟ੍ਰਾਂਸਪਲਾਂਟੇਸ਼ਨ ਪਰਫਾਰਮ ਕਰਦੇ, ਇੱਥੇ ਟੈਕਨੀਸ਼ੀਅਨਸ ਵੱਲੋਂ ਟ੍ਰਾਂਸਪਲਾਂਟ ਨਹੀਂ ਪਰਫਾਰਮ ਕਰਵਾਇਆ ਜਾਂਦਾ। ਉਹਦੇ ਨਾਲ ਕੀ ਹੈਗਾ, ਪੈਨ ਇੰਡੀਆ ਦੇ ਵਿੱਚ ਸਿਰਫ ਸਾਡਾ ਹੀ ਇੱਕ ਸੈਂਟਰ ਹੈ ਜਿਹੜਾ 7-8 ਹਜ਼ਾਰ ਗ੍ਰਾਫਟ ਇੱਕ ਸੈਸ਼ਨ ਦੇ ਵਿੱਚ ਕੰਪਲੀਟ ਕਰ ਦਿੰਦਾ ਹੈ, ਵਿਦ ਆਪਣੇ ਕੋਲ ਐਨੈਸਥੀਸੀਆ ਬੈਕਅਪ, ਕਾਰਡਿਕ ਬੈਕਅਪ, ਆਪਣਾ ਮੈਡੀਸਿਨ ਬੈਕਅਪ, ਸਾਰੇ ਔਨ ਦੀ ਸਪੌਟ, ਪ੍ਰੀ ਐਵੈਲੂਏਸ਼ਨ, ਸਾਰਾ ਕੁਝ ਕੰਪਲੀਟ ਹੋਣਾ। ਹੁਣ ਪੁਆਇੰਟ ਹੈਗਾ ਕਿ ਜਿਹੜਾ ਇੱਕ ਡਰ ਹੈ ਕਿ ਹੇਅਰ ਟ੍ਰਾਂਸਪਲਾਂਟ ਨਾਲ ਪਤਾ ਨਹੀਂ ਮੇਰੀ ਬੋਡੀ ਨੂੰ ਕੀ ਹੋ ਜਾਣਾ ਹੈ ਜਾਂ ਕੀ ਪ੍ਰੋਬਲਮਸ ਆਉਣੀਆਂ, ਉਹਦਾ ਡਰ ਤੁਹਾਨੂੰ ਮੈਂ ਇੱਕ ਚੀਜ਼ ਦੱਸਦਾ, ਜਿਹੜਾ ਆਪਣਾ ਬ੍ਰੇਨ ਹੈ ਨਾ, ਬੋਡੀ ਨੇ ਜੇ ਆਪਾਂ ਨੂੰ ਪ੍ਰੋਬਲਮ ਦਿੱਤੀ ਹੈ, ਗੰਜਾਪਨ ਦਿੱਤਾ ਹੈ, ਲਾਈਕ ਨਾਰਵੁਡ ਗ੍ਰੇਡਿੰਗ ਦੇ ਵਿੱਚ ਆਪਣਾ ਗ੍ਰੇਡ ਹਾਈ ਹੋ ਚੁੱਕਾ ਹੈ ਵਾਲ ਚੜਨ ਦੇ ਵਿੱਚ, ਉਹਦੇ ਵਿੱਚ ਹੁਣ ਪੁਆਇੰਟ ਇਹ ਹੈਗਾ ਕਿ ਜਿਹੜਾ ਆਪਣਾ ਬੋਡੀ ਨੇ ਜੇ ਪ੍ਰੋਬਲਮ ਦਿੱਤੀ ਉਹਦਾ ਸੋਲੂਸ਼ਨ ਵੀ ਦਿੱਤਾ ਹੈ। ਦਿਮਾਗ ਦੇ ਉੱਤੇ ਜੀ ਇੱਕ ਹੱਡੀ ਪਈ ਹੈ ਜਿਹਨੂੰ ਆਪਾਂ ਸਕਲ ਬੋਨ ਕਹਿੰਦੇ ਹਾਂ, ਉਸ ਤੋਂ ਬਾਅਦ ਚਮੜੀ ਦੀ ਏਡੀ ਮੋਟੀ ਪਰਤ ਪਈ ਹੈ ਜਿਹਦੇ ਵਿੱਚ ਫੈਟ, ਫੇਸ਼ੀਆ, ਕਿੰਨਾ ਕੁਝ ਪਿਆ ਹੁੰਦਾ। ਬੇਸਿਕਲੀ ਆਪਾਂ ਗੱਲ ਕਰੀਏ, ਆਪਾਂ ਤਾਂ ਚਮੜੀ ਦੀ ਪਰਤਾਂ ਵਿੱਚ ਉੱਪਰ ਜੇ ਕੰਮ ਕਰਨਾ ਹੈ, ਨਾ ਆਪਾਂ ਨੂੰ ਕੋਈ ਵੱਡੀ ਬੇਹੋਸ਼ੀ ਕਰਨੀ ਹੈ, ਨਾ ਕੋਈ ਨਸਾਂ ਦੇ ਵਿੱਚ ਇੰਜੈਕਸ਼ਨ ਲਗਾਉਣਾ ਹੈ, ਨਾ ਆਪਾਂ ਉਹਦੇ ਵਿੱਚ ਆਪਾਂ ਕੋਈ ਵੀ ਤੁਸੀਂ ਲਗਾ ਲਓ ਕੰਪਲਿਕੇਸ਼ਨ ਵਾਲਾ ਕੋਈ ਪੁਆਇੰਟ ਹੀ ਨਹੀਂ ਰਹਿ ਸਕਦਾ। ਠੀਕ, ਮੈਂ ਆਪਣੇ ਗਲੀ ਦੇ ਵਿੱਚ ਕੇਸਿਸ ਨਾਲ ਜਿਹੜੇ ਰੈਗੂਲਰ ਆਪਾਂ ਨੂੰ ਲੋਕ ਮੱਥੇ ਲੱਗਦੇ ਆ, ਆਪਣਾ ਐਕਚੁਅਲੀ ਇੱਕ ਚੀਜ਼ ਹੋਰ ਹੈ, ਫਰੀਦਕੋਟ ਦੇ ਵਿੱਚ ਅਸੀਂ ਲੋਕਾਂ ਨੂੰ ਅਸੈਸਿਬਲ, ਡਾਕਟਰ ਦੀ ਅਸੈਸਿਬਿਲਿਟੀ ਅੱਜ ਦੇ ਜ਼ਮਾਨੇ 'ਚ ਹੋਣਾ ਸਭ ਤੋਂ ਵੱਡੀ ਗੱਲ ਹੈ। ਜਦੋਂ ਲੋਕ ਇੱਕ ਟ੍ਰਾਂਸਪਲਾਂਟ ਕਰਵਾ ਕੇ ਵੱਡੇ ਸ਼ਹਿਰਾਂ ਜਾ ਕੇ ਇੱਕ ਨਾਮ ਤੋਂ ਕਰਵਾ ਤਾਂ ਆਉਂਦੇ ਆ, ਬਟ ਜਦੋਂ ਕੱਲ੍ਹ ਨੂੰ ਪ੍ਰੋਬਲਮਸ ਆਉਂਦੀਆਂ ਉੱਥੇ ਜਾਂਦੇ ਡਾਕਟਰਸ ਮਿਲਦੇ ਹੀ ਨਹੀਂ। ਕਿਉਂਕਿ ਉੱਥੇ 2-2.5 ਘੰਟੇ ਦਾ ਗੇੜਾ ਪਾ ਕੇ ਜਾਣਗੇ, ਸੋਲੂਸ਼ਨ ਹੁੰਦਾ ਨਹੀਂ। ਬਹੁਤ ਹੈਗੇ 4-5 ਲੱਖ ਰੁਪਏ ਟ੍ਰਾਂਸਪਲਾਂਟ ਤੇ ਲਵਾਇਆ, ਲੇਕਿਨ ਫਿਰ ਵੀ ਉਹਨਾਂ ਦਾ ਰਿਜ਼ਲਟ ਨਹੀਂ ਹੈ। ਡਾਕਟਰ ਸਾਹਿਬ ਤੁਸੀਂ ਤਾਂ ਕੈਨੇਡਾ ਤੱਕ ਵੀ ਛਾਏ ਹੋ, ਉਹਦੇ ਬਾਰੇ ਸਾਨੂੰ ਦੱਸੋ, ਔਰ ਅਸੀਂ ਚਾਹਾਂਗੇ ਸਾਡੇ ਦਰਸ਼ਕਾਂ ਨੂੰ ਵੀ ਉਹ ਫੋਟੋ ਸ਼ੇਅਰ ਕੀਤੀ ਜਾਵੇ ਜਿਹੜੀ ਕੈਨੇਡਾ ਦੇ ਜਿਹੜੇ ਹੈਗੇ ਆ MP ਜਿਸ ਤਰੀਕੇ ਦੇ ਨਾਲ ਅਟੈਚ ਹੋਇਆ ਤੁਹਾਡੇ ਨਾਲ, ਉਹਦੇ ਬਾਰੇ ਸਾਨੂੰ ਸਾਡੇ ਦਰਸ਼ਕਾਂ ਨੂੰ ਥੋੜਾ ਅਵੇਅਰ। ਐਕਚੁਅਲੀ ਆਪਣੇ ਇੱਥੇ ਨਾ ਜੇ ਤੁਸੀਂ ਜਿਹੜੇ ਆ ਸਾਡੇ ਆਸਟ੍ਰੇਲੀਆ ਹੋ ਗਿਆ, ਨਿਊਯਾਰਕ ਹੋ ਗਿਆ, ਆਪਣਾ ਤੁਸੀਂ ਜਰਮਨੀ, ਇਨਫੈਕਟ ਕਿ ਜਿਹੜੇ ਲੋਕ ਸਪੈਸ਼ਲ ਕਰਵਾਉਣ ਜਾਂਦੇ ਸੀ, USA ਹੋ ਗਏ, ਸਾਡੇ ਕੋਲ ਇੱਥੇ ਸਾਰੇ ਕਲਾਇੰਟੇਜ ਫਰੀਦਕੋਟ ਦੇ ਵਿੱਚ ਆਏ ਜਸਟ ਫॉर ਇੱਕ ਚੀਜ਼,
ਉਹਨਾਂ ਦਾ ਇੱਕ ਰੈਫਰਲ, ਸਾਡਾ ਮਾਊਥ ਟੂ ਮਾਊਥ ਪਬਲਿਸਿਟੀ ਜਿਹੜੀ ਚੱਲਦੀ ਹੈ ਬਿਨਾਂ ਪ੍ਰਮੋਸ਼ਨਸ ਤੋਂ, ਜਿਹੜੇ ਲੋਕ ਕਰਵਾ ਕੇ ਗਏ ਹੋਏ ਨੇ ਅਬਰੋਡ। ਹੁਣ ਜਦੋਂ ਕੈਨੇਡਾ ਜਾ ਕੇ ਉਹਨਾਂ ਨੇ ਆਪਣੇ ਰਿਜ਼ਲਟਸ ਦੇਖਦੇ ਆ, ਇੱਕ ਫਰੀਦਕੋਟ ਦਾ ਨਾਮ ਉੱਥੇ ਤੱਕ ਪਹੁੰਚਦਾ ਹੈਗਾ ਕਿ ਭਈ ਹਾਂ ਕਿ ਅਸੀਂ ਫਰੀਦਕੋਟ ਦੇ ਵਿੱਚ ਏਡੀ ਵੱਡੀ ਫੈਸਿਲਿਟੀ ਮਿਲੀ, ਤਾਂ ਉੱਥੋਂ ਆਪਣੇ ਜਿਹੜੇ MLA ਸੀਗੇ ਸਪੈਸ਼ਲੀ ਆਪਣੇ ਕੋਲ ਇੱਕ ਵਿਜ਼ਿਟ ਤੇ ਆਏ, ਉਹਨਾਂ ਨੇ ਦੇਖਿਆ, ਦੇ ਵਰ ਲਾਈਕ ਵੈਰੀ ਹੈਪੀ ਕਿ ਤੁਸੀਂ ਪੰਜਾਬ ਦੇ ਵਿੱਚ ਰਹਿ ਕੇ ਲੋਕਾਂ ਦੇ ਨਾਲ, ਨਾ ਕਿ ਤੁਸੀਂ ਵੱਡੇ ਸ਼ਹਿਰ ਦੇ ਵਿੱਚ ਜਾ ਕੇ ਸਟੈਬਲਿਸ਼ ਹੋਏ, ਨਾ ਤੁਸੀਂ ਲੁਧਿਆਣਾ ਚੰਡੀਗੜ੍ਹ ਦਾ ਪਲਾਨ ਕੀਤਾ, ਤੁਸੀਂ ਫਰੀਦਕੋਟ ਦੇ ਵਿੱਚ ਹੀ ਰਹੇ ਹੋ, ਫਰੀਦਕੋਟ ਦਾ ਨਾਮ ਰੋਸ਼ਨ ਕਰਵਾ ਰਹੇ ਹੋ, ਲੋਕਾਂ ਨੂੰ ਫੈਸਿਲਿਟੀ ਦੇ ਰਹੇ ਹੋ ਜੋ ਇੱਕ ਵੱਡੇ ਸ਼ਹਿਰ ਦੇ ਵਿੱਚ ਜਾ ਕੇ ਮਿਲਦੀ, ਐਂਡ ਉਦੋਂ ਬਾਅਦ 'ਚੋਂ ਤੁਸੀਂ ਉਸ ਕੁਆਲਿਟੀ ਨੂੰ ਮੇਨਟੇਨ ਕਰ ਰਹੇ ਹੋ। ਇਸ ਕਰਕੇ ਆਪਣੇ ਕੋਲ ਜਿਹੜੇ ਪੇਸ਼ੈਂਟਸ ਦੀ ਹੈਗੀ ਹੈ ਜਾਂ ਕੁਝ ਹੈਗਾ, ਉਹ ਉਸ ਕਰਕੇ ਆਪਣੇ ਕੋਲ ਰੈਗੂਲਰ ਆਪਣੇ ਕਲਾਇੰਟਸ ਆਉਂਦੇ ਜਾਂਦੇ ਰਹਿੰਦੇ ਆ। ਸਮਾਂਗੇ ਦਰਸ਼ਕਾਂ ਨੂੰ ਸ਼ੇਅਰ ਕਰਾਓ ਫੋਟੋ ਵੀ। ਅਸੀਂ ਫਿਰ ਉਹਨਾਂ ਨੂੰ ਸਪੈਸ਼ਲੀ ਸਨਮਾਨਿਤ ਕੀਤਾ ਸੀਗਾ, ਜਦੋਂ ਆਏ ਉਹਨਾਂ ਨੇ ਸਾਨੂੰ ਰਿਗਾਰਡਸ ਦਿੱਤੇ। ਆਹ ਫੋਟੋ ਹੈ ਜੀ। ਦਰਸ਼ਕੋ ਤੁਸੀਂ ਦੇਖ ਸਕਦੇ ਹੋ ਕਿ ਇੱਕ ਉਹਨਾਂ ਨਾਲ ਆਪਣੀ ਡਿਟੇਲਡ ਹੈਲਥ ਕੇਅਰ, ਲਾਈਕ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਆਪਣੀ ਹੈਲਥ ਕੇਅਰ ਫੈਸਿਲਿਟੀਜ਼ ਬਾਰੇ ਜਿਹੜਾ ਆਪਣਾ ਹੈਗਾ ਉਹ ਸਾਰਾ ਫਿਰ ਉਹਨਾਂ ਨਾਲ ਡਿਟੇਲ ਡਿਸਕਸ਼ਨ ਚੱਲੀ। ਅਸੀਂ ਇਨਫੈਕਟ ਤੁਸੀਂ ਦੱਸੋ ਜਿਹੜੇ MCA ਦੇ ਨੋਰਮਸ ਨੇ, ਕੀ ਤੁਹਾਨੂੰ ਇੱਕ ਫੈਸਿਲਿਟੀਜ਼ ਚਾਹੀਦੀਆਂ ਹੁੰਦੀਆਂ ਹੇਅਰ ਟ੍ਰਾਂਸਪਲਾਂਟੇਸ਼ਨਸ ਲਈ, ਕੀ ਬੈਕਅਪਸ ਚਾਹੀਦੇ ਹੈ, ਬੀਟ ਐਨਸਥੈਟਿਕ ਬੈਕਅਪਸ, ਬੀਟ ਆਪਣਾ ਕਾਰਡਿਕ ਬੈਕਅਪਸ, ਬੀਟ ਮੈਡੀਸਨ ਕਾ ਬੈਕਅਪਸ, ਅਸੀਂ ਸਾਰਾ ਕੁਝ ਆਪਣਾ ਔਨ ਦੀ ਟੋਸ ਰੱਖਿਆ ਹੁੰਦਾ ਹੈ। ਐਂਡ ਸਭ ਤੋਂ ਵੱਡੀ ਗੱਲ, ਅਸੀਂ ਇੱਥੇ ਫੈਕਟਰੀ ਨਹੀਂ ਲਗਾਈ, ਕਿਉਂਕਿ ਜਿਹੜੇ ਵੱਡੇ ਸ਼ਹਿਰਾਂ ਦੇ ਵਿੱਚ ਇੱਕ ਸੈਂਟਰ ਤੇ ਜਾਓ ਤੇ 5 ਮਰੀਜ਼ ਲਟਾਏ ਹੁੰਦੇ ਆ, ਇੱਕ ਡਾਕਟਰ ਇੱਕ ਟਾਈਮ ਤੇ 5 ਮਰੀਜ਼ ਕਿਵੇਂ ਕਰ ਸਕਦਾ। ਇਸ ਕਰਕੇ ਅਸੀਂ ਸਿਰਫ ਇੱਕ ਚੀਜ਼ ਸਭ ਤੋਂ ਵੱਡੀ ਕਰਦੇ ਹਾਂ, ਅਸੀਂ ਇੱਥੇ ਇੱਕ ਟਾਈਮ ਤੇ ਇੱਕ ਮਰੀਜ਼ ਹੀ ਲੈਂਦੇ ਹਾਂ, ਉਹਦੇ ਤੇ ਪੂਰਾ ਫੁੱਲ ਫੋਕਸ ਆਉਂਦਾ ਹੈ। 3 ਸਰਜਰੀਆਂ ਦੇ ਬਰਾਬਰ ਅਸੀਂ ਇੱਕ ਸਰਜਰੀ ਵੀ ਕਰ ਦਿੰਦੇ ਹਾਂ, 6-6 7-7 ਹਜ਼ਾਰ ਗ੍ਰਾਫਟ ਦੀ, ਜਿਹਦੇ ਨਾਲ ਬੰਦੇ ਨੂੰ ਲਾਈਫ ਦੇ ਵਿੱਚ ਇੱਕ ਵਾਰ ਟ੍ਰਾਂਸਪਲਾਂਟ ਕਰਾਉਣਾ ਪੈਂਦਾ ਐਂਡ ਉਹ ਚੀਜ਼ ਉਹ ਹੀ ਇਜ਼ ਗੁੱਡ ਟੂ ਗੋ। ਠੀਕ, ਉਹ ਤੋਂ ਬਾਅਦ ਚੋਂ ਫਿਰ ਅਸੀਂ ਹੈਲਥ ਕੇਅਰ ਨੂੰ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ, ਅੱਗੇ ਵਧਾਉਣ ਲਈ ਅਸੀਂ ਕੀ ਕੀਤਾ ਹੋਇਆ ਫਰੀਦਕੋਟ ਦੇ ਵਿੱਚ, ਬਿਕੋਜ਼ ਫਰੀਦਕੋਟ ਦੇ ਵਿੱਚ ਨਾ ਬਾਬਾ ਫਰੀਦ ਯੂਨੀਵਰਸਿਟੀ ਮੈਡੀਕਲ ਇੱਕ ਕਾਫੀ ਇੱਕ ਨੇਮ ਹੈਗਾ ਫਰੀਦਕੋਟ ਦੇ ਵਿੱਚ। ਉਸ ਲਾਈਫ ਦੀ ਆਪਣੀਆਂ ਹੈਲਥ ਫੈਸਿਲਿਟੀਜ਼ ਹੋਣੀਆਂ ਵੀ ਚਾਹੀਦੀਆਂ ਕਿ ਲੋਕ ਕਹਿਣ ਨਹੀਂ ਯਾਰ ਫਰੀਦਕੋਟ ਇੱਕ ਮੈਡੀਕਲ ਹੱਬ ਆਪਾਂ ਬਣਾਉਣ ਦੀ ਗੱਲ ਕਰੀਏ। ਅਸੀਂ ਇੱਥੇ ਲੇਜ਼ਰ ਦੀਆਂ ਮਸ਼ੀਨਾਂ ਲਾਈਆਂ ਜਰਮਨੀ ਤੋਂ, ਸਪੈਸ਼ਲੀ ਆਪਣੀਆਂ ਲੇਜ਼ਰ ਹੇਅਰ ਰਿਡਕਸ਼ਨ, ਟੈਟੂ ਰਿਮੂਵਲ, ਆਪਣਾ ਜਿਹੜਾ ਆ ਗਿਆ ਸਟ੍ਰੈਚ ਮਾਰਕਸ ਦੀ ਆ ਗਈ, ਇਨਫੈਕਟ ਨੌਨ ਸਰਜੀਕਲ ਫੇਸ ਲਿਫਟਸ ਜੋ ਆਪਾਂ ਇੱਥੇ ਕਰਦੇ ਹਾਂ ਆਪਣੀ ਮਸ਼ੀਨਾਂ। ਹਾਂ, ਜੇ ਕਿਸੇ ਨੂੰ ਸਰਜੀਕਲ ਫੇਸ ਲਿਫਟ ਚਾਹੀਦੀ ਹੈ, ਪਲਾਸਟਿਕ ਸਰਜਰੀ ਦੀ ਅਗਲੇ ਨੂੰ ਰਿਕੁਆਇਰਮੈਂਟ ਹੈਗੀ, ਉਹਦੇ ਲਈ ਸਾਡੇ ਕੋਲ ਸੈਟਅਪ ਹੈਗਾ। ਸਾਡੇ ਕੋਲ ਅੰਬਾਲਾ ਇੱਕ ਸੈਟਅਪ ਹੈ, ਡਾਕਟਰ ਸੁਧੀਰ ਮਹਿਤਾ ਮੇਰੇ ਚਾਚਾ ਜੀ, ਹੀ ਇਜ਼ ਲਾਈਕ ਉੱਥੇ ਪਰਫਾਰਮ ਕਰ ਰਹੇ ਆਪਣੇ ਕੋਲ। ਇੱਥੇ ਵੀ ਨਾਲ ਔਨ ਵਿਜ਼ਿਟਿੰਗ, ਜਦੋਂ ਆਪਾਂ ਨੂੰ ਕਿਸੇ ਪੇਸ਼ੈਂਟ ਨੂੰ ਹੈਗਾ, ਸਾਰਾ ਅਸੀਂ ਇੱਥੇ ਅਰੇਂਜਮੈਂਟਸ ਕਰਦੇ ਹਾਂ, ਉੱਥੇ ਜਾਂਦੇ ਨੇ। ਅੰਬਾਲਾ ਦੇ ਵਿੱਚ ਫੁੱਲ ਬਲੋਨ ਸੈਟਅਪਸ ਹੈ। ਪਲਾਸਟਿਕ ਸਰਜਰੀ ਇਜ਼ ਲਾਈਕ ਆਪਣੇ ਨਾਲ ਹੈਗਾ ਐਡੀਸ਼ਨਲ ਇੱਕ ਸੈਟਅਪ। ਉਸ ਤੋਂ ਬਾਅਦ ਚੋਂ ਕਾਸਮੈਟੋਲੋਜੀ ਦਾ ਹੋ ਗਿਆ, ਸਾਰਾ ਕੁਝ ਰਿਗਾਰਡਿੰਗ ਟੂ ਐਸਥੈਟਿਕਸ ਆਪਾਂ ਗੱਲ ਕਰੀਏ, ਕੰਪਲੀਟਲੀ ਨॉन ਇਨਵੇਸਿਵ, ਇਨਵੇਸਿਵ, ਸਰਜੀਕਲ, ਨॉन ਸਰਜੀਕਲ, ਸਾਰਾ ਕੁਝ ਆਪਣੇ ਕੋਲ ਅਵੇਲੇਬਲ। ਇਸ ਸਟਰਲਾਈਜੇਸ਼ਨ ਦਾ ਤੁਸੀਂ ਬੜਾ ਧਿਆਨ ਰੱਖਦੇ ਹੋ, ਕੀ ਕਹਿਣਾ ਚਾਹੋਗੇ ਕਿ ਇਹਨਾਂ ਫੀਲਡਾਂ ਦੇ ਵਿੱਚ ਸਟਰਲਾਈਜੇਸ਼ਨ ਹੈ ਜਿਹੜੀ ਉਹਦਾ ਇੱਕ ਬਹੁਤ ਵੱਡਾ ਰੋਲ ਹੈ। ਔਰ ਉਹਦੀ ਤੁਸੀਂ ਪਹਿਲੇ ਦਿਨ ਤੋਂ ਹੀ, ਜਿਸ ਦਿਨ ਤੋਂ ਤੁਸੀਂ ਅੱਜ ਮੇਰਾ ਖਿਆਲ ਹੈ ਕਿ ਸੈਂਕੜੇ ਦੀ ਗਿਣਤੀ 'ਚ ਤੁਸੀਂ ਲੋਕਾਂ ਨੂੰ ਹੇਅਰ ਟ੍ਰਾਂਸਪਲਾਂਟ ਦੇ ਨਾਲ ਨਵੀਂ ਜ਼ਿੰਦਗੀ ਦੇ ਚੁੱਕੇ ਹੋ, ਔਰ ਸਟਰਲਾਈਜੇਸ਼ਨ ਦੇ ਉੱਤੇ ਤੁਸੀਂ ਬੜਾ ਐਮਫਸਾਈਜ਼ ਕਰਦੇ ਹੋ। ਸਟਰਲਾਈਜੇਸ਼ਨ ਇੱਕ ਬਹੁਤ ਹੀ ਅਹਿਮੀਅਤ ਵਾਲਾ ਹੈ, ਜਿਹਦੇ ਵਿੱਚ ਆਪਾਂ ਨੂੰ ਪੋਸਟ ਆਪ ਕੰਪਲਿਕੇਸ਼ਨਸ ਤੋਂ ਪ੍ਰੀਵੈਂਟ ਕਰਾਉਂਦਾ, ਬਿਕੋਜ਼ ਮੌਕੇ ਤੇ ਸਟਰਲਾਈਜੇਸ਼ਨ ਨੇ ਕੋਈ ਦਿੱਕਤ ਨਹੀਂ ਦਿੰਦੀ, ਬਟ ਬਾਅਦ ਚੋਂ ਸਾਡੇ ਕਿਸੇ ਵੀ ਪੇਸ਼ੈਂਟ ਨੂੰ ਕੋਈ ਇਨਫੈਕਸ਼ਨ ਦੀ ਪ੍ਰੋਬਲਮ ਨਹੀਂ ਆਉਂਦੀ, ਇੰਨਾ ਬੈਟਰ ਕਵਰਿੰਗ ਹੁੰਦਾ ਹੈ। ਇਨਫੈਕਟ ਐਂਟੀਬਾਇਓਟਿਕਸ ਉਹਨਾਂ ਦੀ ਨਾ ਫਿਰ ਵੀ ਕਵਰਡ ਹੈ, ਬਟ ਅਸੀਂ ਪ੍ਰੋਫਿਲੈਕਟਿਕਲੀ ਦਿੰਦੇ ਹਾਂ। ਇਹਦੇ ਵਿੱਚ ਅਸੀਂ ਆਪਾਂ ਲਗਾ ਲਓ ਕਿ ਇੱਕ ਚੀਜ਼, ਇੱਕ ਤਾਂ ਅਸੀਂ ਰੀਯੂਜ਼ੇਬਲ ਚੀਜ਼ਾਂ ਨਹੀਂ ਮਤਲਬ ਕਰਦੇ, ਅਸੀਂ ਵਨ ਟਾਈਮ ਯੂਜ਼ ਜਿਹੜਾ ਆਪਣਾ ਹੋ ਗਿਆ ਉਹ ਕਰਦੇ ਹਾਂ। ਉਦੋਂ ਬਾਅਦ ਚੋਂ ਆਪਣਾ OT ਕਲੋਜ਼ ਕਰਾ ਕੇ ਪ੍ਰੋਪਰ ਫਿਊਮੀਗੇਸ਼ਨਸ ਆਪਣੀਆਂ ਹੁੰਦੀਆਂ ਆਫਟਰ ਐਵਰੀ OT, 2-3 ਦਿਨ OT ਬੰਦ ਹੋ ਕੇ 2-3 ਆਪਣੇ ਕੋਲ ਹੈਗੇ ਆ ਸੈਟਅਪਸ। ਇਨਫੈਕਟ 2 OTs ਮੇਰੇ ਕੋਲ ਘਰ ਵੀ ਨੇ, ਉੱਥੇ ਪਿੱਛੇ ਨੂੰ ਪ੍ਰੋਪਰ ਸੈਟਅਪਸ ਕਰਵਾਏ ਹੋਏ ਨੇ। ਉਹਦੇ ਵਿੱਚੋਂ ਨਹੀਂ ਹੈਗਾ ਕਿ ਅਸੀਂ OTs ਕਲੋਜ਼ ਕਰ ਦਿੰਦੇ ਹਾਂ ਫॉर द ਰੀਜ਼ਨ ਰੀ-ਇਨਫੈਕਸ਼ਨ, ਕਿਉਂਕਿ ਸਾਡੇ ਕੋਲ ਜਿਹੜੇ ਕਲਾਇੰਟਸ ਆਣੇ ਆ ਨਾ, ਜਾਂ ਜਿਹੜੇ ਆਪਣੇ ਇਟਸ ਨਾਟ ਓਨਲੀ ਅਬਾਊਟ NRI ਕਲਾਇੰਟਸ, ਆਪਣੇ ਪੰਜਾਬ ਵਾਲੇ ਲੋਕਾਂ ਨੇ ਕੀ ਕੀਤਾ, ਉਹਨਾਂ ਨੂੰ ਵੀ ਤਾਂ ਸਭ ਤੋਂ ਬੈਸਟ ਫੈਸਿਲਿਟੀ ਚਾਹੀਦੀ ਹੈ। ਉਹਨਾਂ ਨੂੰ ਵੀ ਤਾਂ ਅਸੀਂ ਫਰੀਦਕੋਟ ਦਾ ਹਰ ਬੰਦਾ ਉਸ ਚੀਜ਼ ਨੂੰ ਲਾਈਕ ਕੰਫਰਟ ਮੰਨੇ ਉਸ ਚੀਜ਼ ਦਾ ਕਿ ਬਈ ਹਾਂ ਇਸ ਲੈਵਲ ਦੀ ਸਟਰਲਾਈਜੇਸ਼ਨ ਕੀਤੀ ਹੋਵੇ, ਸਪੈਸ਼ਲੀ ਫਿਊਮੀਗੇਸ਼ਨ ਕੀਤੀ ਹੋਵੇ, ਆਟੋਕਲੇਵਿੰਗਸ ਕੀਤੀਆਂ ਹੋਣ। ਹਰ ਪੇਸ਼ੈਂਟ ਤੋਂ ਬਾਅਦ ਸਾਡਾ ਫਿਊਮੀਗੇਸ਼ਨ ਮਸ਼ੀਨਸ ਚੱਲਦੀਆਂ ਜਿਹਦੇ ਨਾਲ ਉਹ ਪੂਰੀ ਏਰੀਆ ਸਟਰਲਾਈਜ਼ ਕਰ ਦਿੰਦੀ ਹੈ। ਲਾਈਕ ਇੱਕ ਸਟਰਲੀਅਮ ਹੁੰਦਾ, ਅਸੀਂ ਉਹਦਾ ਧੂਆਂ ਵਾਲੀ ਫਾਰਮ ਫਿਊਮੀਗੇਸ਼ਨ ਕਹਿ ਦਿੰਦੇ ਹਾਂ, ਅਸੀਂ ਉਹ ਵੀ ਕਰਦੇ ਹਾਂ ਸੋ ਦੈਟ ਇੱਥੇ ਕੋਈ ਵੀ ਪ੍ਰੋਬਲਮ ਨਹੀਂ ਜੀ ਕਿਸੇ ਸਟਰਲਾਈਜੇਸ਼ਨ ਦੇ ਨਾਲ। ਦਰਸ਼ਕੋ, ਅੱਜ ਆਪਾਂ ਬਣੇ ਹੋਏ ਆ ਡਾਕਟਰ ਭੰਡਾਰੀ ਜੀ ਦੇ ਨਾਲ, ਔਰ ਇਹ ਆਪਣੀ ਸਟਾਰਟਿੰਗ ਇਹਨਾਂ ਦੇ ਨਾਲ, ਔਰ ਆਪਾਂ ਇਹਨਾਂ ਨੂੰ ਅੱਗੇ ਐਸੇ ਕ੍ਰੀਏਟਿਵ ਡਾਕਟਰ ਨੂੰ ਜਿਹੜਾ ਲੋਕਾਂ ਨੂੰ ਜ਼ਿੰਦਗੀ ਦੇ ਰਿਹਾ, ਔਰ ਹੁਣ ਬਾਕੀ ਡਾਕਟਰਸ ਵੀ ਆਪਣੇ ਨਾਲ ਅਟੈਚ ਨੇ। ਡਾਕਟਰ ਸਾਹਿਬ, ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਪੰਜਾਬ ਪਲੱਸ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਸ਼ੁਕਰੀਆ ਦੇਖਣ ਨੂੰ, ਐਂਡ ਇਸ ਚੀਜ਼ ਨੂੰ ਅੱਗੇ ਦੀ ਅੱਗੇ ਪ੍ਰਮੋਟ ਕਰੋ, ਇਸ ਕੁਆਲਿਟੀ ਨੂੰ, ਸੋ ਦੈਟ ਹਰ ਬੰਦੇ ਨੂੰ ਉਸ ਚੀਜ਼ ਦਾ ਇੱਕ ਆਨੰਦ ਮਾਣ ਸਕੇ।
ਥੈਂਕ ਯੂ। ਇਹ ਟ੍ਰਾਂਸਪਲਾਂਟ ਕਰਾਇਆ ਹੋਇਆ ਔਰ ਜਦ ਆਪਾਂ ਦੇਖ ਸਕਦੇ ਆ ਮੁੰਡਾ ਕੁੰਡਾ ਸੋਹਣਾ ਸੋਹਣਾ ਬਣਿਆ ਹੋਇਆ ਤੇ ਵਧੀਆ ਵਧੀਆ ਵਾਲ ਨੇ। ਬੇਟਾ ਕੀ ਕਹਿਣਾ ਚਾਹੋਗੇ ਕਿ ਕਿਵੇਂ ਤੁਹਾਨੂੰ ਮਤਲਬ ਪਹਿਲਾਂ ਪ੍ਰੋਬਲਮ ਸੀਗੀ ਵਾਲਾਂ ਦੀ, ਜ਼ਿੰਦਗੀ ਮਾਣ ਰਹੇ ਹੋ? ਸਮਝ ਲਓ ਕਿ ਮੇਰੀ ਜਿਹੜੀ ਏਜ ਹੈਗੀ ਹੈ, ਮੈਂ 10 ਸਾਲ ਪਿੱਛੇ ਚਲਾ ਗਿਆ। ਪਹਿਲਾਂ ਵਾਲੀ ਮੇਰੀ ਤੁਸੀਂ ਪਿਕਸ ਦੇਖੋਗੇ ਤੇ ਬਿਲਕੁਲ ਸਫਾ ਚਾਟੀ ਸੀਗਾ ਜੀ, ਕੁਝ ਵੀ ਨਹੀਂ ਸੀਗਾ ਤੇ ਬਹੁਤ ਵਧੀਆ ਰਿਜ਼ਲਟ ਆਇਆ। ਡਾਕਟਰ ਸਾਹਿਬ ਨੇ ਜੋ ਕਿਹਾ ਵਾਕਈ ਹੀ ਉਵੇਂ ਹੀ ਮਤਲਬ ਰਿਜ਼ਲਟ ਆਇਆ। ਮੈਂ ਚਾਹੂੰਗਾ ਕਿ ਦਰਸ਼ਕ ਥੋੜਾ ਜਿਹਾ ਵਾਚ ਕਰ ਰਹੇ। ਇਹ ਆ ਫੋਟੋ ਸੀਗੀ ਵੀਰ ਜੀ ਹੋਰਾਂ ਦੀ ਪਹਿਲਾਂ ਦੀ, ਕਿਉਂ ਜੀ? ਜੀ ਬਿਲਕੁਲ ਦੇਖ ਸਕਦੇ ਹੋ ਆ ਬੰਦਾ ਔਰ ਅੱਜ ਪਿਆਰਾ ਪਿਆਰਾ ਬੰਦਾ ਦੇਖ ਸਕਦੇ ਹੋ ਤੁਸੀਂ, ਕਿੰਨਾ ਕਿ ਜ਼ਿਆਦਾ ਚੇਂਜ ਹੋ ਜਾਂਦੀ ਆ। ਸਾਰੇ ਤਾਂ ਇੱਕ ਇਹਦਾ ਮਤਲਬ ਬਿਲਕੁਲ ਹੀ ਜ਼ਿੰਦਗੀ ਚੇਂਜ ਵਾਲੀ ਗੱਲ ਮੰਨ ਲਈ ਅਸੀਂ ਇਹਨੂੰ। ਬਿਲਕੁਲ, ਕਿਤੇ ਤਾਂ ਲੋਕ ਪਹਿਲਾਂ ਅੰਕਲ ਕਹਿੰਦੇ ਸੀਗੇ, ਹੁਣ ਵੀਰੇ ਤੇ ਆ ਗਏ। ਕੀ ਕਹਿਣਾ ਚਾਹੋਗੇ ਵੀਰੇ ਵਾਲਾ ਸਫ਼ਰ ਤੇ ਤੁਹਾਨੂੰ ਤੋਂ ਬਾਅਦ ਤਾਂ ਨਹੀਂ ਤੁਹਾਨੂੰ ਕੋਈ ਪ੍ਰੋਬਲਮ ਆਈ ਜਦੋਂ ਤੁਸੀਂ ਟ੍ਰਾਂਸਪਲਾਂਟ ਕਰਾ ਲਿਆ? ਹੁਣ ਨਹੀਂ, ਦੇਖੋ ਮੇਰੇ ਵੈਸੇ ਮੇਰੀ ਏਜ ਜਿਹੜੀ ਹੁਣ ਇਸ ਵਕਤ ਐਗਜ਼ੈਕਟ ਏਜ ਮੈਂ ਦੱਸਾਂ, ਮੇਰੀ 47 ਏਜ ਹੋ ਗਈ ਹੈ। ਬਟ ਯੂ ਆਰ ਲੁਕਿੰਗ ਨਾਓ 37 ਈਅਰ। ਹਾਂ ਬਿਲਕੁਲ, 10 ਸਾਲ ਪਿੱਛੇ ਚਲਾ ਗਿਆ, ਠੀਕ ਹੈ। ਤੇ ਇਸ ਕਰਕੇ ਮੈਨੂੰ ਤਾਂ ਅੱਛਾ ਫੀਲ ਹੁੰਦਾ। ਕੋਈ ਪ੍ਰੋਬਲਮ ਤਾਂ ਨਹੀਂ ਆਈ ਬਾਅਦ ਵਿੱਚ ਵੀ? ਕੋਈ ਪ੍ਰੋਬਲਮ ਨਹੀਂ ਹੈ, ਬਿਲਕੁਲ ਨਹੀਂ ਕੋਈ ਔਰ ਪ੍ਰੋਬਲਮ। ਡਿਊਰਿੰਗ ਜਦੋਂ ਤੁਸੀਂ ਕਰਾਇਆ ਉਦੋਂ ਵੀ ਮਤਲਬ ਕੋਈ ਇੰਨੀ ਜ਼ਿਆਦਾ ਪ੍ਰੋਬਲਮ ਵਾਲੀ ਗੱਲ? ਬਿਲਕੁਲ ਨਹੀਂ, ਬਸ ਸਿਰਫ ਹਫਤਾ ਕੋ ਥੋੜਾ ਜਿਹਾ ਪਰੇਸ਼ਾਨੀ ਹੁੰਦੀ ਹੈ। ਉਹ ਤਾਂ ਹੁੰਦਾ ਹੀ ਹੈ ਕਿ ਸਵੈਲਿੰਗ ਵਗੈਰਾ ਆ ਜਾਂਦੀ ਹੈ ਫੇਸ ਤੇ, ਥੋੜਾ ਅੰਦਰ ਰਹਿਣਾ ਪੈਂਦਾ ਹੈਗਾ। ਮੈਂ ਵਿਦਿਨ 5 ਡੇ ਆਪਦੇ ਕੰਮ ਤੇ ਚਲਾ ਗਿਆ ਸੀਗਾ। ਬਹੁਤ ਬਹੁਤ ਧੰਨਵਾਦ ਸਰ ਤੁਹਾਡੇ ਗੱਲ ਕਰਨ ਲਈ। ਜੁੜ ਰਿਹਾ ਇੱਕ ਹੋਰ ਪੇਸ਼ੈਂਟ ਦੇ ਨਾਲ ਜਿਹੜਾ ਕਿ ਹੇਅਰ ਟ੍ਰਾਂਸਪਲਾਂਟ ਤੋਂ ਬਾਅਦ ਦੇ ਵਿੱਚ ਜਿਨ੍ਹਾਂ ਨੇ ਭੰਡਾਰੀ ਹੇਅਰ ਟ੍ਰਾਂਸਪਲਾਂਟ ਵਾਲੇ ਜਿਹੜੇ ਫਰੀਦਕੋਟ ਆ ਉਹਨਾਂ ਤੋਂ ਹੇਅਰ ਟ੍ਰਾਂਸਪਲਾਂਟ ਕਰਨ ਤੋਂ ਬਾਅਦ ਚ ਨਵੀਂ ਜ਼ਿੰਦਗੀ ਪਾ ਰਹੇ ਨੇ। ਸਰ ਸਵਾਗਤ ਹੈ ਤੁਹਾਡਾ। ਕੀ ਕਹਿਣਾ ਚਾਹੋਗੇ ਕਿ ਕਿਸ ਤਰ੍ਹਾਂ ਦਾ ਪ੍ਰੈਸ਼ਰ ਸਿਚੁਏਸ਼ਨਸ ਤੁਸੀਂ ਆਏ ਸੀਗੇ ਔਰ ਕਿਵੇਂ ਅੱਜ ਹੇਅਰ ਟ੍ਰਾਂਸਪਲਾਂਟ ਤੋਂ ਬਾਅਦ ਵਿੱਚ ਪੂਰੇ ਮਜ਼ੇ ਲੈ ਰਹੇ ਹੋ? ਕੀ ਕਹਿਣਾ ਚਾਹੋਗੇ? ਸਤਿ ਸ਼੍ਰੀ ਅਕਾਲ ਜੀ। ਹਾਂਜੀ, ਜਦੋਂ ਮੈਂ ਇੱਥੇ ਆਇਆ ਸੀਗਾ, ਜਦੋਂ ਇਹਨਾਂ ਨੇ ਮੈਨੂੰ ਦੱਸਿਆ ਕਿ ਤੁਹਾਡੇ ਸਾਈਡਾਂ ਤੇ ਹੇਅਰ ਲਾਸ ਹੈਗਾ, ਮੇਰੇ ਡਾਕਟਰ ਜਸ਼ਨ ਭੰਡਾਰੀ ਮੇਰੇ ਫਰੈਂਡ ਹੀ ਨੇ, ਮੇਰੇ ਨਾਲ ਹੀ ਪੜ੍ਹੇ ਨੇ। ਤਾਂ ਫਿਰ ਮੈਂ ਉਹਨਾਂ ਦੇ ਗੱਲ ਕੀਤੀ, ਉਹਨਾਂ ਨੇ ਮੈਨੂੰ ਕੌਨਫੀਡੈਂਸ ਦਿੱਤਾ ਤੇ ਫਿਰ ਉਹਨਾਂ ਨੇ ਆਦੇ ਤੁਹਾਡੇ ਸਾਹਮਣੇ ਰਿਜ਼ਲਟ ਹੈਗਾ। ਕਿੰਨੇ ਕੁ ਵਾਲ ਉੱਡੇ ਹੋਏ ਸੀਗੇ ਤੇ ਔਰ ਕਿਵੇਂ ਸਰ ਤੁਹਾਨੂੰ? ਦੇਖੋ ਐਵੇਂ ਸੀਗਾ ਕਿ ਸਾਈਡਾਂ ਤੇ ਬਿਲਕੁਲ ਨਹੀਂ ਹੈਗੇ ਸੀ। ਅਗਰ ਮੇਰੇ ਕੋਲ ਪਿਕਸ ਹੈਗੀ ਮੈਂ ਤੁਹਾਨੂੰ ਦਿਖਾ ਸਕਦਾ। ਅਸੀਂ ਚਾਹਾਂਗੇ ਕਿ ਸਾਡੇ ਦਰਸ਼ਕਾਂ ਨੂੰ ਪਿਕ ਵੀ ਦਿਖਾਈ ਜਾਵੇ ਜੇ ਹੈ ਤਾਂ। ਮੈਂ ਤੁਹਾਨੂੰ ਦਿਖਾ ਦੇਣਾ ਥੋੜੀ ਦੇਰ ਤੱਕ, ਠੀਕ ਹੈ। ਤੇ ਪਰ ਜਿਸ ਲੈਵਲ ਕੌਨਫੀਡੈਂਸ ਲੈਵਲ ਹੁਣ ਆਇਆ ਹੈ, ਠੀਕ ਹੈ, ਉਸ ਤੋਂ ਬਾਅਦ ਜਿਹੜਾ ਕੌਨਫੀਡੈਂਸ ਲੈਵਲ ਆਇਆ ਹੈ, ਕਿਉਂਕਿ ਇੱਕ ਪਰਸਨੈਲਿਟੀ ਅਲੱਗ ਡਿਵੈਲਪਮੈਂਟ ਹੋ ਜਾਂਦੀ ਹੈ ਤੇ ਪ੍ਰੋਫੈਸ਼ਨਲੀ ਵੀ ਆਪਾਂ ਨੂੰ ਹੁੰਦਾ ਹੈ ਕਿ ਇੱਕ ਅਲੱਗ ਪਰਸਨੈਲਿਟੀ ਡਿਵੈਲਪ ਹੋਵੇ। ਬੀਇੰਗ ਅ ਡਾਕਟਰ ਆਪਾਂ ਨੂੰ ਹੁੰਦਾ ਹੈ ਕਿ ਇੱਕ ਅਲੱਗ ਪਰਸਨੈਲਿਟੀ ਹੋਵੇ। ਸੋ ਦੈਟਸ ਵਾਈ ਮੈਂ ਕਹਾਂ ਇੱਕ ਨਵੀਂ ਲਾਈਫ ਦਿੱਤੀ ਇਹਨਾਂ ਨੇ। ਜਿਹੜਾ ਫੋਬੀਆ ਸੀਗਾ ਤੁਹਾਡੇ ਮਨ ਦੇ ਵਿੱਚ, ਪਹਿਲਾਂ ਲੋਕ ਕਹਿੰਦੇ ਸੀਗੇ ਹੇਅਰ ਟ੍ਰਾਂਸਪਲਾਂਟ ਹੋ ਜੂ, ਜਦੋਂ ਤੁਸੀਂ ਦੇਖਿਆ ਵੀ ਤਾਂ ਬਿਲਕੁਲ ਹੀ ਸਿੰਪਲ ਜਿਹਾ ਪ੍ਰੋਸੀਜਰ ਹੈ ਔਰ ਥੋੜੇ ਦਿਨਾਂ ਦੇ ਵਿੱਚ ਹੀ ਤੁਸੀਂ ਇੱਕ ਨਵੀਂ ਜ਼ਿੰਦਗੀ ਪਾ ਰਹੇ ਹੋ। ਹਾਂਜੀ ਸਰ, ਇੱਕ ਜਸਟ ਫੋਬੀਆ ਹੈਗਾ ਕਿ ਕੋਈ ਸਰਿੰਜਸ ਤੋਂ ਡਰਦਾ ਜਾਂ ਕੋਈ ਕਹਿੰਦੇ ਸਰਿੰਜਸ ਪੇਨਫੁਲ ਹੈ। ਇਟ ਇਜ਼ ਵੈਰੀ ਪੇਨਲੈਸ ਟ੍ਰੀਟਮੈਂਟ, ਠੀਕ ਹੈ। ਤੇ ਕੋਈ ਜ਼ਿਆਦਾ ਪੇਨ ਨਹੀਂ ਹੈ, ਬਸ ਹਾਂ ਵੀ ਹੈਵ ਟੂ ਟੇਕ ਅ ਰੈਸਟ ਫॉर 1 ਵੀਕ। ਇੱਕ ਹਫਤਾ ਜ਼ਰੂਰ ਰੈਸਟ ਕਰਨਾ ਪੈਂਦਾ ਤੇ ਕੁਝ ਪ੍ਰੀਕਾਸ਼ਨਸ ਯੂਜ਼ ਕਰਨੀਆਂ ਪੈਂਦੀਆਂ। ਅਦਰਵਾਈਜ਼ ਅਗਰ ਤੁਸੀਂ ਆਪਣਾ ਡੇਲੀ ਰੂਟੀਨ ਲਾਈਫ ਆਪਦਾ ਨਾਰਮਲ ਕਰ ਸਕਦੇ ਹੋ ਤੇ ਕੁਝ ਨਹੀਂ ਹੈਗਾ। ਆਪਣਾ ਆਪਦਾ ਡਸਟ ਤੋਂ ਬਚਾਉਂਦੇ ਰਹੋ, ਠੀਕ ਹੈ, ਸ਼ੈਂਪੂਸ ਵਗੈਰਾ ਯੂਜ਼ ਕਰੋ। ਆਪਾਂ ਇਹ ਸੀਗਾ ਉਹਨਾਂ ਦਾ ਫੇਸ। ਦਰਸ਼ਕੋ ਪਹਿਲਾਂ ਵੀਰ ਜੀ ਇਹ ਤੁਹਾਡਾ ਹੀ ਫੋਟੋ? ਹਾਂਜੀ ਹਾਂਜੀ ਸਰ, ਇਹ ਵੀਰ ਜੀ ਦਾ ਇਹੀ ਫੋਟੋ ਹੈ। ਵੀਰ ਜੀ ਕੀ ਕਹਿਣਾ ਚਾਹੋਗੇ ਲੋਕਾਂ ਨੂੰ, ਹੁਣ ਜਿਹੜੇ ਲੋਕ ਗੰਜੇ ਦੇ ਪਨ ਦੇ ਨਾਲ ਸ਼ਿਕਾਰ ਨੇ ਔਰ ਉਹ ਦੇਰ ਲਾ ਰਹੇ ਇਸ ਗੱਲ ਦੇ ਵਿੱਚ ਵੀ ਉਹਨਾਂ ਨੂੰ ਦੇਰ ਨਹੀਂ ਲਾਉਣੀ ਚਾਹੀਦੀ ਜਦੋਂ ਤੁਹਾਡੇ ਕੋਲ ਫਰੀਦਕੋਟ ਦੇ ਵਿੱਚ ਹੀ, ਕਿਉਂਕਿ ਅਗਰ ਆਪਾਂ ਲੁਧਿਆਣੇ ਜਾਂਦੇ ਚੰਡੀਗੜ੍ਹ ਜਾਂਦੇ ਤਾਂ ਬੜਾ ਮਹਿੰਗਾ ਕੰਮ ਹੈਗਾ, ਫਰੀਦਕੋਟ ਦੇ ਵਿੱਚ ਹੀ ਹੁਣ ਬਿਲਕੁਲ ਰੀਜਨੇਬਲ ਰੇਟ ਤੇ ਹੈ। ਹਾਂਜੀ ਸਰ, ਮੈਂ ਇਹੀ ਕਹਿਣਾ ਹੈ ਕਿ ਜਿਨ੍ਹਾਂ ਨੂੰ ਜ਼ਰੂਰਤ ਹੈ, ਇੱਕ ਜਿਨ੍ਹਾਂ ਦੇ ਅੰਦਰ ਡਰ ਬੈਠਾ ਹੋਇਆ ਹੈ ਜਗ੍ਹਾ ਇਹ ਤਾਂ ਕੁਝ ਨਹੀਂ ਹੈਗਾ। ਅਗਰ ਜਿਵੇਂ ਕਈ ਮੋਸਟਲੀ ਬॉयਜ਼ ਹੁੰਦੇ ਆ, ਠੀਕ ਹੈ, ਅੱਜ ਕੱਲ੍ਹ ਨਾ ਹੇਅਰ ਲਾਸ ਬਹੁਤ ਪ੍ਰੋਬਲਮ ਵੱਧ ਰਹੀ ਹੈ, ਠੀਕ ਹੈ। ਮੇਨਲੀ 25 ਤੋਂ 35 ਤੱਕ ਤਾਂ ਆਲਮੋਸਟ ਕਈਆਂ ਦੇ ਬਾਰਡਨੈਸ ਆ ਜਾਂਦੀ ਹੈ, ਠੀਕ ਹੈ। ਮੈਂ ਉਹਨਾਂ ਨੂੰ ਇਹੀ ਚਾਹੁੰਦਾ ਕਿ ਅਗਰ ਤੁਹਾਨੂੰ ਲੱਗਦਾ ਹੈ ਕਿ ਸਾਡੀ ਮੈਰਿਜ 'ਚ ਜਾਂ ਕੁਝ ਵੀ ਪ੍ਰੋਬਲਮ ਆਉਂਦੀ ਹੈ ਜਾਂ ਸਾਡੀ ਪਰਸਨੈਲਿਟੀ, ਤੇ ਉਹਨਾਂ ਨੂੰ ਚਾਂਸ ਦੇਣਾ ਚਾਹੀਦਾ, ਠੀਕ ਕਰਵਾਉਣਾ ਚਾਹੀਦਾ, ਤਾਂ ਕਿ ਇਹਦਾ ਵੀ ਇੱਕ ਲਾਈਫ ਕ੍ਰਾਈਟੇਰੀਆ ਹੁੰਦਾ, ਇੱਕ ਲਾਈਫ ਹੁੰਦਾ ਕਿ ਇੱਕ ਇਹਦੀ ਏਜ ਹੁੰਦੀ ਹੈ ਜਿਸ ਏਜ 'ਚ ਆਪਾਂ ਰਿਜ਼ਲਟਸ ਅੱਛੇ ਆ ਸਕਦੇ, ਠੀਕ ਹੈ। ਬਾਕੀ ਪੇਨਲੈਸ ਹੈ। ਬਾਕੀ ਡਾਕਟਰ ਸੌਰਵ ਹੈ, ਬਹੁਤ ਅੱਛੇ ਰਿਜ਼ਲਟਸ ਹੈ। ਨਾਲ ਉਹਨਾਂ ਦੇ ਡਾਕਟਰ ਸ਼ਾਨੂ ਹੈ, ਡਾਕਟਰ ਜਸ਼ਨ ਹੈ, ਦੇ ਆਰ ਵੈਰੀ ਗੁੱਡ ਟੀਮ। ਸੋ ਆਈ ਵਾਂਟ ਕਿ ਤੁਸੀਂ ਇੱਕ ਵਾਰੀ ਜ਼ਰੂਰ ਆਓ ਇੱਥੇ ਕੰਸਲਟ ਕਰੋ, ਠੀਕ ਹੈ। ਬਾਕੀ ਤੁਹਾਡੀ ਮਰਜ਼ੀ ਹੈ। ਥੈਂਕ ਯੂ ਸਰ, ਤੁਹਾਡਾ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ। ਥੈਂਕ ਯੂ ਸੋ ਮਚ। ਹੁਣ ਅਸੀਂ ਗੱਲ ਕਰਾਂਗੇ ਡਾਕਟਰ ਨੂਨੀ ਜੀ ਦੇ ਨਾਲ। ਨੂਨੀ ਜੀ ਤੁਹਾਡਾ ਸਵਾਗਤ ਹੈ। ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਨੂਨੀ ਜੀ ਕੀ ਕਹਿਣਾ ਚਾਹੋਗੇ ਕਿ ਇਹ ਜਿਹੜਾ ਈਰਾ ਹੈਗਾ ਜਿਸ ਦੇ ਵਿੱਚ ਗੰਜਾਪਨ ਜਿਹੜਾ ਹੈਗਾ ਉਹ ਕੇਵਲ ਜੈਂਟਸ ਹੀ ਨਹੀਂ ਲੇਡੀਜ਼ 'ਚ ਵੀ ਬਹੁਤ ਆ ਰਿਹਾ, ਔਰ ਤੁਸੀਂ ਦੋਨਾਂ ਦੇ ਸਪੈਸ਼ਲਿਸਟ ਹੋ, ਦੋਨੇ ਜਾਨੇ ਸਪੈਸ਼ਲਿਸਟ ਹੋ,
ਔਰ ਇਹ ਟੀਮ ਵਰਕ ਹੈਗਾ। ਕੀ ਕਹਿਣਾ ਚਾਹੋਗੇ ਕਿ ਜਦੋਂ ਤੁਸੀਂ ਇਹ ਸਟਾਰਟ ਕੀਤਾ, ਡਾਕਟਰ ਸਾਹਿਬ ਦੇ ਨਾਲ ਤੁਹਾਡਾ ਮੇਲ ਹੋਇਆ ਔਰ ਅੱਜ ਤੱਕ ਕਿੰਨਾ ਕੁ ਇਸ ਚੀਜ਼ 'ਚ ਆਨੰਦ ਮਾਣ ਰਹੇ ਹੋ, ਔਰ ਕੀ ਕਹਿਣਾ ਚਾਹੋਗੇ? ਹੇਅਰ ਟ੍ਰਾਂਸਪਲਾਂਟ ਇੱਕ ਬਹੁਤ ਹੀ ਅੱਜਕੱਲ ਬਹੁਤ ਹੀ ਟ੍ਰੈਂਡ ਚੱਲ ਰਿਹਾ ਹੈ। ਇਹਦੇ ਵਿੱਚ ਆਪਾਂ ਬਹੁਤ ਹੀ ਜ਼ਿਆਦਾ ਵਧੀਆ ਕੁਆਲਿਟੀ ਦੇ ਇਨਸਟਰੂਮੈਂਟਸ ਯੂਜ਼ ਕਰਦੇ ਹਾਂ ਜੋ ਕਿ ਟਰਕੀ ਤੋਂ ਆਉਂਦੇ ਆ, ਤੇ ਆਪਾਂ ਬਿਲਕੁਲ ਇਹ ਪੇਨਲੈਸ ਪ੍ਰੋਸੀਜਰ ਹੁੰਦਾ ਹੈ ਜੋ ਕਿ ਆਪਾਂ ਲੋਕਲ ਐਨੈਸਥੀਸੀਆ ਦੇ ਅੰਡਰ ਕਰਦੇ ਹਾਂ। ਤੇ ਇਹਦੇ ਵਿੱਚ ਆਪਾਂ ਸਾਰੇ ਡਾਕਟਰਸ ਹੀ ਪਰਫਾਰਮ ਕਰਦੇ ਹਾਂ, ਸਟਾਫ ਇਹਦੇ ਵਿੱਚ ਸਿਰਫ ਅਸਿਸਟ ਕਰਵਾਉਂਦਾ ਆ। ਤੇ ਇਹ ਜਿਵੇਂ ਬਾਕੀ ਸਾਰੇ ਸੈਂਟਰਸ ਦੇ ਵਿੱਚ ਹੁੰਦਾ ਆ ਕਿ ਉਹਨਾਂ ਨੂੰ ਮਤਲਬ ਕਿ ਡਾਕਟਰਸ ਪਰਫਾਰਮ ਨਹੀਂ ਕਰਦੇ, ਟੈਕਨੀਸ਼ੀਅਨਸ ਪਰਫਾਰਮ ਕਰਦੇ ਆ। ਸਾਡੇ ਇੱਥੇ ਡਾਕਟਰਸ ਖੁਦ ਪਰਫਾਰਮ ਕਰਦੇ ਆ। ਬਾਕੀ ਅਸੀਂ ਜਿਹੜੇ ਗ੍ਰਾਫਟਸ ਚੂਜ਼ ਕਰਦੇ ਆ ਉਹ ਵੀ ਅਸੀਂ ਮਲਟੀਪਲ ਗ੍ਰਾਫਟਸ ਸਿਲੈਕਟ ਕਰਦੇ ਆ। ਉਹਦੇ ਵਿੱਚੋਂ ਜੇ ਅਸੀਂ 5000 ਗ੍ਰਾਫਟ ਵੀ ਲੈਂਦੇ ਆ ਤੇ ਉਹਦੇ ਵਿੱਚੋਂ ਵੀ ਅੱਗੇ ਜਦੋਂ ਆਪਾਂ ਉਹਨਾਂ ਨੂੰ ਆਪਾਂ ਕਾਊਂਟ ਕਰਦੇ ਆ ਜਾਂ ਹੋਰ ਆਪਾਂ ਸਿਲੈਕਸ਼ਨ ਕਰਦੇ ਆ ਹੈਲਦੀ ਗ੍ਰਾਫਟਸ ਦੇਖ ਕੇ, ਤਾਂ ਉਹ ਅੱਗੇ 20,000 ਦੇ ਅਰਾਊਂਡ ਬਣ ਜਾਂਦੇ ਆ, ਜੋ ਕਿ ਸਿਰਫ ਸਾਡੇ ਸੈਂਟਰ ਤੇ ਹੁੰਦਾ ਆ। ਇੱਥੇ ਬਹੁਤ ਵਧੀਆ ਪ੍ਰੋਸੀਜਰ ਚੱਲਦਾ। ਆਪਾਂ ਟੈਸਟ ਕਰਵਾਉਂਦੇ ਹੈਗੇ ਆ ਪਹਿਲਾਂ। ਅਬ ਹੈਲਥ ਨੂੰ ਦੇਖਦੇ ਹੋਏ ਆਪਾਂ ਪਹਿਲਾਂ ਟੈਸਟ ਪਰਫਾਰਮ ਕਰਵਾਉਂਦੇ ਆ, ਜਿਹਦੇ ਵਿੱਚ ਆਪਾਂ ECG ਕਰਵਾਉਂਦੇ ਆ, ਸਾਰੇ ਫੁੱਲ ਬੋਡੀ ਟੈਸਟ ਕਰਵਾਉਂਦੇ ਆ। ਉਹਨੂੰ ਆਪਾਂ ਦੇਖਦੇ ਹੋਏ ਪ੍ਰੋਸੀਜਰ ਸਟਾਰਟ ਕਰਵਾਉਂਦੇ ਆ। ਤੇ ਬਾਕੀ ਇਹਦੇ ਆਪਾਂ ਪੋਸਟ ਆਪਰੇਟਿਵ ਜਿਹੜੀ ਕੇਅਰ ਉਹ ਵੀ ਪੂਰੀ ਪ੍ਰੋਪਰ ਮੇਨਟੇਨ ਕਰਦੇ ਆ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਕਿਸੇ ਬੰਦੇ ਦੇ ਥੋੜੇ ਜਿਹੇ ਵਾਲ ਉੱਡੇ ਹੋਣ, ਮੰਨ ਲਾ ਵੀ ਉਹ ਪੂਰਾ ਗੰਜਾ ਨਾ ਹੋਇਆ ਹੋਵੇ, ਉਹਨੂੰ ਲੱਗੇ ਯਾਰ ਵੀ ਇੱਥੋਂ ਦਾ ਕੰਮ ਸਟਾਰਟ ਹੋ ਗਿਆ, ਕਿ ਉਹਦੇ ਲਈ ਵੀ ਤੁਹਾਡੇ ਕੋਲ ਪ੍ਰੋਸੀਜਰਸ ਹੈਗੇ ਆ, ਸਿੰਪਲ ਪ੍ਰੋਸੀਜਰਸ ਹੈਗੇ ਆ, ਜਾਂ ਪਹਿਲਾਂ ਤੁਸੀਂ ਜਿਸ ਤਰੀਕੇ ਦੇ ਨਾਲ ਤੁਹਾਡੇ ਕੋਲੇ ਬਹੁਤ ਜ਼ਿਆਦਾ ਜਿਹੜੇ ਹੈਗੇ ਆ ਇਸ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਦੇ ਵਾਲ ਝੜਨੇ ਸ਼ੁਰੂ ਹੁੰਦੇ, ਉਹਨਾਂ ਨੂੰ ਤੁਸੀਂ ਮੈਡੀਸਨ ਦੇ ਨਾਲ, ਕਿਉਂਕਿ ਤੁਸੀਂ ਟ੍ਰੇਨਡ ਹੋ ਸਾਰੇ ਸਟਾਫ ਵਾਲੇ, ਔਰ ਜਿਸ ਤਰੀਕੇ ਦੇ ਨਾਲ ਤੁਸੀਂ ਕਾਫੀ ਲੋਕਾਂ ਨੂੰ ਉਵੇਂ ਵੀ ਜ਼ਿੰਦਗੀ ਦਿੱਤੀ ਜਿਨ੍ਹਾਂ ਦੇ ਥੋੜੇ ਜਿਹੇ ਵਾਲ ਝੜਨੇ ਸ਼ੁਰੂ ਹੋਏ ਸੀਗੇ, ਜਾਂ ਕਿਸੇ ਦੇ ਪਾਣੀ ਦੇ ਕਾਰਨ ਕਲੋਰੀਨ ਸੀਗੀ ਤਾਂ ਵਾਈਟਨਿੰਗ ਹੋਣੀ ਸ਼ੁਰੂ ਹੋਈ ਸੀਗੀ, ਤਾਂ ਉਹਨਾਂ ਚੀਜ਼ਾਂ ਦਾ ਵੀ ਇਲਾਜ ਨਾਲ ਇੱਥੇ ਹੁੰਦਾ। ਹਾਂਜੀ, ਸਭ ਤੋਂ ਪਹਿਲਾਂ ਸਾਡੇ ਕੋਲ ਜਿਵੇਂ ਕਈ ਪੇਸ਼ੈਂਟਸ ਹੁੰਦੇ ਉਹਦਾ ਫੁੱਲੀ ਬਾਲਡ ਹੁੰਦੇ ਆ, ਉਹਦੇ ਲਈ ਸਾਨੂੰ ਸਰਜਰੀ ਕਰਨੀ ਪੈਂਦੀ ਆ। ਬਟ ਕੁਝ ਪੇਸ਼ੈਂਟਸ ਇੱਦਾਂ ਦੇ ਆਉਂਦੇ ਆ ਜਿਨ੍ਹਾਂ ਦੇ ਬਹੁਤ ਥੋੜੀ ਬਾਲਡਨੈਸ ਹੁੰਦੀ ਆ, ਸਿਰਫ ਹੇਅਰ ਫਾਲ ਤੇ ਆਉਂਦੇ ਆ ਸਾਡੇ ਕੋਲ ਕੰਪਲੇਂਟਸ, ਤੇ ਆਪਾਂ ਉਹਨਾਂ ਲਈ ਸਭ ਤੋਂ ਪਹਿਲਾਂ ਆਪਾਂ ਮੈਡੀਸਿਨਸ ਦੇ ਨਾਲ ਕਿਉਰ ਕਰਦੇ ਆ। ਆਪਾਂ ਮਿਨੋਕਸੀਡਿਲ ਯੂਜ਼ ਕਰਦੇ ਆ, ਜੋ ਕਿ ਪੂਰੇ ਵਰਲਡ ਵਾਈਡ ਇੱਕ ਮਿਨੋਕਸੀਡਿਲ ਇਹੋ ਜਿਹੀ ਮੈਡੀਸਨ ਆ ਜੋ ਇਸ ਨੂੰ ਠੀਕ ਕਰ ਸਕਦੀ ਆ। ਅਗਰ ਮੈਡੀਸਿਨਸ ਦੇ ਨਾਲ ਨਹੀਂ ਹੋ ਰਿਹਾ ਹੋਵੇ ਫਿਰ ਆਪਾਂ ਉਸ ਤੋਂ ਬਾਅਦ ਅੱਗੇ ਸਟੈਪ ਕਰਦੇ ਆ। ਫਿਰ ਆਪਾਂ ਇਹਨਾਂ ਦੀ ਆਪਾਂ ਪ੍ਰੀ ਮੇਡ ਕਾਕਟੇਲਸ ਹੁੰਦੇ ਆ, ਆਪਾਂ PRPs ਕਰਦੇ ਆ। ਸਾਡੇ ਕੋਲ ਹੋਰ ਬਹੁਤ ਆਪਸ਼ਨਸ ਹੁੰਦੇ ਆ। ਇਹ ਸਾਰਾ ਕਰਨ ਤੋਂ ਬਾਅਦ ਆਪਾਂ ਸਰਜਰੀ ਤੇ ਆਉਂਦੇ ਆ। ਡਾਕਟਰ ਸਾਹਿਬ ਕਹਿੰਦੇ ਤੁਸੀਂ ਲੋਕਾਂ ਨੂੰ ਸੋਹਣੇ ਵੀ ਬੜਾ ਬਣਾਉਂਦੇ ਹੋ, ਔਰ ਜਿਹੜੇ ਲੋਕ ਜਿਨ੍ਹਾਂ ਦੇ ਬੋਟਿਕਸ ਜਿਨ੍ਹਾਂ ਦੇ ਝੁਰੜੀਆਂ ਪਈਆਂ ਹੁੰਦੀਆਂ ਵੀ 20-20 ਸਾਲ ਉਹਨਾਂ ਨੂੰ ਯੰਗ ਕਰ ਦਿੰਦੇ ਹੋ, ਕਿਵੇਂ ਫਿਰ ਸੈਟਿੰਗ? ਹਾਂਜੀ, ਅਸੀਂ ਇੱਥੇ ਬਟੌਕਸ ਫਿਲਰਸ ਵੀ ਕਰਦੇ ਆ, PRPs ਵੀ ਕਰਦੇ ਆ। ਉਹ ਵੀ ਇੱਕ ਬਹੁਤ ਹੀ ਅੱਜਕੱਲ ਟ੍ਰੈਂਡੀ ਪ੍ਰੋਸੀਜਰ ਚੱਲ ਰਿਹਾ ਹੈ। ਫਿਰ ਆਪਾਂ ਉਹਦਾ ਪ੍ਰੋਸੀਜਰ, ਉਹਦੇ ਸੈਸ਼ਨਸ ਹੁੰਦੇ ਆ, ਮਲਟੀਪਲ ਸੈਸ਼ਨਸ ਹੁੰਦੇ ਆ, ਜੋ ਕਿ ਉਹਦੇ ਨਾਲ ਕਿਉਰ ਹੋ ਜਾਂਦਾ ਹੈ। ਮੈਨੂੰ ਕੀ ਕਹਿਣਾ ਚਾਹੋਗੇ ਕਿ ਫੇਸ ਲਿਫਟਿੰਗ ਤੱਕ ਜਿਹੜਾ ਹੈਗਾ ਇਸ ਕਲੀਨਿਕ ਦੇ ਉੱਤੇ ਹੁੰਦੀ ਹੈਗੀ ਆ, ਔਰ ਅਗਰ ਆਪਾਂ ਝੁਰੜੀਆਂ ਦੀ ਗੱਲ ਕਰਦੇ ਹੈਗੇ ਆ, ਅਗਰ ਆਪਾਂ ਗੱਲ ਕਰਦੇ ਆ ਪਿੰਪਲਸ ਦੀ ਗੱਲ ਕਰਦੇ ਆ, ਦਾਗ ਧੱਬਿਆਂ ਦੀ ਗੱਲ ਕਰਦੇ ਹੈਗੇ ਆ, ਫੇਸਾਂ ਦੇ ਉੱਪਰ ਟੈਟੂਸ ਦੀ ਗੱਲ ਕਰਦੇ ਆ, ਜਿਹੜੇ ਲੋਕ ਪਹਿਲਾਂ ਬਣਾ ਲੈਂਦੇ ਨੇ ਮੁੜ ਕੇ ਉਹਨਾਂ ਨੂੰ ਹੁੰਦਾ ਕਿ ਨਹੀਂ ਯਾਰ ਮੈਂ ਇਦਾਂ ਨਹੀਂ ਕਰਨਾ ਹੈਗਾ, ਹਰ ਚੀਜ਼ ਦਾ ਇੱਥੇ ਇਲਾਜ ਹੈਗਾ, ਔਰ ਤੁਸੀਂ ਬਹੁਤ ਹੀ ਟੀਮ ਵਰਕ ਦੇ ਨਾਲ ਚੱਲ ਰਹੇ ਹੋ ਚਾਰੇ ਡਾਕਟਰ। ਹਾਂਜੀ, ਸਾਡੇ ਕੋਲ ਇੱਥੇ ਪੇਸ਼ੈਂਟਸ ਆਉਂਦੇ ਆ ਐਕਨੇ ਰਿਗਾਰਡਿੰਗ, ਐਕਨੇ ਹੋ ਗਿਆ, ਰਿੰਕਲਸ ਹੋ ਗਿਆ, ਮਿਲਾਜ਼ਮਾ ਹੋ ਗਿਆ, ਇਹ ਸਾਰੇ ਕਾਮਨ ਪ੍ਰੋਬਲਮਸ ਹੈਗੀਆਂ। ਟੈਟੂ ਰਿਮੂਵਲ ਹੋ ਗਿਆ, ਸਾਡੇ ਕੋਲ ਲੇਜ਼ਰਸ ਹੈਗੇ ਆ ਜੋ ਕਿ ਆਪਾਂ ਉਹਨਾਂ ਦੇ ਪ੍ਰੋਪਰ ਟੈਟੂ ਰਿਮੂਵ ਕਰਦੇ ਹੈਗੇ ਆ। ਬਾਕੀ ਸਾਡੇ ਕੋਲ ਮਿਲਾਜ਼ਮਾ ਰਿਗਾਰਡਿੰਗ ਅਸੀਂ PRP ਕਰਦੇ ਆ, ਮਾਈਕਰੋ ਨੀਡਲਿੰਗ ਕਰਦੇ ਆ। ਉਹਦੇ ਵੀ ਮਲਟੀਪਲ ਸੈਸ਼ਨਸ ਹੁੰਦੇ ਹੈਗੇ ਆ ਜੋ ਆਪਾਂ ਮੰਥਲੀ ਲੈਂਦੇ ਆ, ਉਹਦੇ ਨਾਲ ਪ੍ਰੋਪਰ ਸਾਡਾ ਕਿਉਰ ਆਉਂਦਾ ਹੈ। ਅਗਰ ਆਪਾਂ PRP ਦੀ ਗੱਲ ਕਰੀਏ ਡਾਕਟਰ ਸਾਹਿਬ, PRP ਦਾ ਮਤਲਬ ਕੀ ਕਹਿੰਦੇ ਹੋ ਵੀ ਆਪਣੇ ਖੂਨ ਲੈ ਕੇ ਉਹਦੇ ਵਿੱਚੋਂ ਮਤਲਬ ਪਲਾਜ਼ਮਾ ਨਿਕਾਲ ਕੇ, ਉਹਦੇ ਬਾਰੇ PRP ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ, ਉਹਨਾਂ ਨੂੰ ਮਤਲਬ ਅਵੇਅਰ ਕਰੋ ਕਿ ਕਿਵੇਂ PRP ਥੈਰੇਪੀ ਦੇ ਨਾਲ ਬੰਦੇ ਸੋਹਣੇ ਬਣਦੇ। ਹਾਂਜੀ, ਇਹਦੇ ਵਿੱਚ ਆਪਾਂ ਕੀ ਕਰਦੇ ਹਾਂ, ਜੋ ਪੇਸ਼ੈਂਟ ਹੁੰਦਾ ਹੈ ਪੇਸ਼ੈਂਟ ਦੇ ਹੀ ਆਪਾਂ ਪਲੇਟਲੈਟਸ ਲੈਂਦੇ ਹਾਂ, ਜੋ ਆਪਾਂ ਉਹਨੂੰ ਫਿਰ ਸਕਿਨ ਦੇ ਵਿੱਚ ਆਪਾਂ ਇੰਜੈਕਟ ਕਰਦੇ ਹਾਂ। ਇਹ ਆਪਾਂ ਸਕਿਨ ਦੇ ਵੀ ਕਰਦੇ ਹਾਂ ਤੇ ਆਪਾਂ ਇਹ ਆਪਾਂ ਹੇਅਰ ਤੇ ਵੀ ਕਰਦੇ ਹਾਂ, ਹੇਅਰ ਗਰੋਥ ਵਾਸਤੇ ਵੀ ਆਪਾਂ PRP ਯੂਜ਼ ਕਰਦੇ ਹਾਂ। ਦਰਸ਼ਕ ਕੀ ਕਹਿਣਾ ਚਾਹੋਗੇ ਕਿ ਜਿਹੜੇ ਲੇਡੀਜ਼ ਜੈਂਟਸ ਜਿਹੜੇ ਘਰੇ ਬੈਠੇ ਆ, ਅਦਾਸ ਹੈ, ਸੋਹਣੇ ਬਣਨਾ ਚਾਹੁੰਦੇ ਆ, ਅੱਜ ਹਰੇਕ ਚੀਜ਼ ਦਾ ਪ੍ਰੋਸੀਜਰ ਹੈਗਾ, ਔਰ ਇਹ ਕੋਈ ਵੀ ਇਹਦੇ 'ਚ ਕੋਈ ਸਾਈਡ ਇਫੈਕਟ ਨਹੀਂ ਹੈਗੇ। ਦਰਸ਼ਕੋ ਕਿਸੇ ਨੇ ਵੀ ਕਰਾਉਣਾ ਹੈਗਾ ਤੇ ਵੈਲਕਮ ਆ, ਚਾਰੇ ਡਾਕਟਰਾਂ ਦੀ ਟੀਮ ਹੈਗੀ ਆ। ਸਭ ਤੋਂ ਵੱਡੀ ਗੱਲ ਹੈ ਕਿ ਹੈਂਡਸ ਇਹਨਾਂ ਦੇ ਆਪਦੇ ਯੂਜ਼ ਹੁੰਦੇ ਚਾਰਾਂ ਦੇ। ਸਭ ਤੋਂ ਵੱਡੀ ਗੱਲ ਇਹ ਹੈ, ਆਪਾਂ ਆਮ ਤੌਰ ਤੇ ਦੇਖਦੇ ਹਾਂ ਜਿਵੇਂ ਡਾਕਟਰ ਸਾਹਿਬ ਨੇ ਆਪਣੇ ਨਾਲ ਗੱਲਬਾਤ ਕਰਦੇ ਕਿਹਾ ਕਿ 5-5 ਲੋਕਾਂ ਨੂੰ ਪਾਇਆ ਹੁੰਦਾ। ਇਹ ਪਹਿਲਾਂ ਅਪਾਇੰਟਮੈਂਟ ਲੈ ਕੇ ਉਹਨੂੰ ਪੂਰਾ ਐਨਾਲਾਈਜ਼ ਕਰਕੇ, ਸਕਿਨ ਨੂੰ ਐਨਾਲਾਈਜ਼ ਕਰਕੇ, ਉਹਦੇ ਸਕਿਨ ਨੂੰ ਸਕੈਲਟਨ ਨੂੰ ਐਨਾਲਾਈਜ਼ ਕਰਕੇ, ਉਹਦੇ ਹਰ ਚੀਜ਼ ਨੂੰ ਐਨਾਲਾਈਜ਼ ਕਰਨ ਤੋਂ ਬਾਅਦ ਦੇ ਵਿੱਚ ਇਹ ਕਿਸੇ ਨਤੀਜੇ ਤੇ ਪਹੁੰਚਦੇ ਆ ਕਿ ਤੇਰਾ ਕਈਆਂ ਲੋਕਾਂ ਨੂੰ ਮੋੜ ਵੀ ਦਿੰਦੇ ਵੀ ਨਹੀਂ ਤੇਰਾ ਹੇਅਰ ਟ੍ਰਾਂਸਪਲਾਂਟ ਨਹੀਂ ਹੋਣਾ, ਹਲੇ ਤੈਨੂੰ ਹਲੇ ਟਾਈਮ ਇਹ ਲੱਗੂਗਾ, ਤੂੰ ਆਹ ਕਰ, ਇਦਾਂ ਕਰ। ਕੀ ਕਹਿਣਾ ਚਾਹੋਗੇ?
ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਸਾਡੇ ਇੱਥੇ ਕਲੀਨਿਕ ਤੇ ਬਹੁਤ ਹੀ ਵਧੀਆ ਸਾਰਾ ਕੰਮ ਕੀਤਾ ਜਾਂਦਾ ਹੈ, ਡਾਕਟਰਸ ਦੁਆਰਾ ਕੀਤਾ ਜਾਂਦਾ ਹੈ। ਇੱਥੇ ਕੋਈ ਟੈਕਨੀਸ਼ੀਅਨ ਜਾਂ ਸਟਾਫ ਨਹੀਂ ਇਨਵੋਲਵ ਹੁੰਦਾ, ਡਾਕਟਰਸ ਹੀ ਕਰਦੇ ਆ ਪਰਫਾਰਮ। ਜੇ ਆਪਾਂ ਹੇਅਰ ਟ੍ਰਾਂਸਪਲਾਂਟ ਦੀ ਗੱਲ ਕਰੀਏ, ਉਹ ਵੀ ਅਸੀਂ ਖੁਦ ਡਾਕਟਰਸ ਪਰਫਾਰਮ ਕਰਦੇ ਹਾਂ। ਐਨਐਸਥੀਸੀਆ ਤੋਂ ਲੈ ਕੇ ਸਾਰਾ ਪ੍ਰੋਸੀਜਰ ਜਿਵੇਂ ਸਟਾਰਟ ਹੁੰਦਾ ਉਹ ਤੋਂ ਲੈ ਕੇ ਐਂਡ ਤੱਕ ਡਾਕਟਰ ਦੇ ਅੰਡਰ ਹੀ ਹੁੰਦਾ ਆ। ਇੱਥੇ ਆਰਾਮ ਨਾਲ ਆਉਣਾ ਚਾਹੀਦਾ ਆ। ਬਾਕੀ ਹੋਰ ਵੀ ਪ੍ਰੋਸੀਜਰਸ ਇੱਥੇ ਹੁੰਦੇ ਆ, ਲੇਜ਼ਰਸ ਪਰਫਾਰਮ ਕਰਦੇ ਆ ਆਪਾਂ, ਬਟੌਕਸ, ਫਿਲਰਸ ਹੋ ਗਿਆ, ਸਕਿਨ ਦੀ ਮੈਡੀਸਿਨ ਹੋ ਗਈ, ਡੈਂਟਲ ਵੀ ਹੈਗਾ, ਮਤਲਬ ਸਾਰੇ ਪ੍ਰੋਸੀਜਰਸ ਇੱਥੇ ਪਰਫਾਰਮ ਕਰਦੇ ਆ। ਰਿਵਿਊਜ਼ ਦੇਖ ਕੇ, ਗੂਗਲ ਤੋਂ ਰਿਵਿਊਜ਼ ਚੈੱਕ ਕਰਕੇ ਇੱਥੇ ਆ ਸਕਦੇ ਆ। ਉੱਥੇ ਰਿਵਿਊਜ਼ ਵੀ ਸਾਡੇ ਪੇਸ਼ੈਂਟਸ ਜੋ ਕਰਵਾ ਕੇ ਜਾਂਦੇ ਆ, ਉਹ ਵੀ ਇੱਥੇ ਵਧੀਆ ਰਿਵਿਊਜ਼ ਉਹਨਾਂ ਨੇ ਦਿੱਤੇ ਹੋਏ ਆ, ਉਹਨੂੰ ਚੈੱਕ ਕਰਕੇ ਇੱਥੇ ਆ ਸਕਦੇ ਆ। ਬਾਕੀ ਤੁਸੀਂ ਦੇਖ ਕੇ ਚੈੱਕ ਕਰਕੇ ਇੱਥੇ ਆ ਸਕਦੇ ਆ ਸਾਡੀ ਕਲੀਨਿਕ ਤੇ। ਦਰਸ਼ਕੋ, ਤੁਸੀਂ ਫੇਸ਼ੀਅਲ ਲਈ ਜਾਂਦੇ ਹੋ, ਕਿਸੇ ਸਕਿਨ ਵਾਲੇ ਕਿਸੇ ਤੁਸੀਂ ਜਾਂਦੇ ਹੋ, ਅਗਰ ਉਹ ਤੁਸੀਂ ਫੇਸ਼ੀਅਲ ਕਿਸੇ ਮੈਡੀਕਲ ਢੰਗ ਦੇ ਨਾਲ ਕਰਾਓ ਜਿਹਦੇ ਨਾਲ ਸਮਾਰਟਨੈਸ ਵੀ ਆਊਗੀ ਔਰ ਗਲੋ ਵੀ ਤੁਹਾਡੇ ਚਿਹਰੇ ਤੇ ਰਹੇਗਾ। ਨਈਆਂ ਮਸ਼ੀਨਸ ਇੱਥੇ ਹੈਗੀਆਂ। ਦੱਸੋ, ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ। ਪੰਜਾਬ ਪਲੱਸ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਡਾਕਟਰ ਜਸ਼ਨ ਜੀ ਦੇ ਨਾਲ, ਜਿਹੜੇ ਮਲਟੀਪਰਪਸ ਨੇ, ਜਿਹੜੇ ਇੱਕ ਡੈਂਟਲ ਸਰਜਨ ਵੀ ਨੇ, ਜਿਹੜੇ ਉਹਦੇ ਨਾਲ ਨਾਲ ਇੱਕ ਡਾਈਟੀਸ਼ੀਅਨ ਵੀ ਨੇ ਔਰ ਇੱਕ ਨਵੀਂ ਜ਼ਿੰਦਗੀ ਦੇ ਰਹੇ ਲੋਕਾਂ ਨੂੰ, ਕਿਉਂਕਿ ਡਾਈਟੀਸ਼ੀਅਨ ਦਾ ਤੇ ਡੈਂਟਲ ਦਾ ਜਿਹੜਾ ਹੈਗਾ ਬੜਾ 9 ਮਾਸ ਵਾਲਾ ਰਿਸ਼ਤਾ। ਡਾਕਟਰ ਸਾਹਿਬ, ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸਕੂਲ। ਸਤਿ ਸ਼੍ਰੀ ਅਕਾਲ ਫਤਿਹ ਸਾਹਿਬ, ਦਰਸ਼ਕਾਂ ਨੂੰ। ਦੱਸਾਂ ਕੀ ਕਹਿਣਾ ਚਾਹੋਗੇ ਕਿ ਪਹਿਲਾਂ ਦੇ ਸਮੇਂ ਦੀ ਜਿਹੜੀ ਡੈਂਟਿਸਟਰੀ ਔਰ ਅੱਜ ਦੀ ਜਿਹੜੀ ਹੈਗੀ ਆ, ਬੜਾ ਜ਼ਮੀਨ ਅਸਮਾਨ ਦਾ ਫਰਕ ਪੈ ਗਿਆ। ਪਹਿਲਾਂ ਲੋਕ ਜੜ੍ਹਾਂ ਕੱਚੀਆਂ ਭਰਾਉਂਦੇ ਸੀ, ਪੱਕੀਆਂ ਭਰਾਉਂਦੇ ਸੀਗੇ, ਬੜਾ ਐਲੋਬਰੇਟ ਪ੍ਰੋਸੀਜਰ ਹੁੰਦੇ ਸੀਗੇ, ਸਕੇਲਿੰਗ ਕਰਾਉਣੀ ਹੁੰਦੀ ਸੀ। ਪਹਿਲਾਂ ਹੇਠਲੇ ਪਾਸੇ ਸਕੇਲਿੰਗ, ਫਿਰ ਉੱਪਰਲੇ ਪਾਸੇ ਸਕੇਲਿੰਗ, ਫਿਰ ਸਾਈਡਾਂ ਤੋਂ ਸਕੇਲਿੰਗ, ਬੜਾ ਟਾਈਮ ਕੰਜ਼ਿਊਮਿੰਗ ਚੀਜ਼ਾਂ ਸੀਗੀਆਂ, ਜਿਨ੍ਹਾਂ ਨੂੰ ਅੱਜ ਤੁਸੀਂ ਨਈ ਮਸ਼ੀਨਰੀ ਦੇ ਨਾਲ ਔਰ ਨਈ ਟੈਕਨੀਕਸ ਦੇ ਨਾਲ ਅੱਜ ਬਿਲਕੁਲ ਇੱਕ ਨਵੀਂ ਕ੍ਰਾਂਤੀ ਲੈ ਆਂਦੀ। ਇਹਦੇ ਵਿੱਚ ਕੀ ਕਹਿਣਾ ਚਾਹੋਗੇ? ਸਮੇਂ ਦੇ ਅਨੁਸਾਰ ਹਰ ਚੀਜ਼ ਬਦਲਦੀ ਹੈ। ਆਪਣਾ ਤੁਸੀਂ ਵੇਖੋ, ਸਮੇਂ ਦੇ ਅਨੁਸਾਰ ਖਾਣਾ ਕਿੰਨਾ ਬਦਲ ਗਿਆ ਹੈ। ਪਹਿਲਾਂ ਆਪਾਂ ਗਨੇਰੀਆਂ ਖਾਂਦੇ ਸੀ, ਛੋਲੇ ਖਾਂਦੇ ਸੀ, ਹੁਣ ਆ ਗਿਆ 버ਗਰ, ਪੀਜ਼ੇ। ਹੁਣ ਜੇ 버ਗਰ, ਪੀਜ਼ੇ ਖਾਵਾਂਗੇ ਤਾਂ ਦੰਦਾਂ ਦੇ ਉੱਤੇ ਉਨਾ ਜ਼ੋਰ ਪੈਣਾ ਨਹੀਂ, ਤੇ ਜਦੋਂ ਜ਼ੋਰ ਨਹੀਂ ਪਏਗਾ ਤਾਂ ਅੰਦਰ ਖਾਣਾ ਫਸੂਗਾ। ਖਾਣਾ ਫਸਣ ਕਰਕੇ ਦੰਦਾਂ ਦੀ ਜਿਹੜੀ ਆਪਣੀ ਬੁਨਿਆਦੀ ਲੋੜਾਂ ਵੱਧ ਜਾਂਦੀਆਂ ਨੇ। ਉਸੇ ਹਿਸਾਬ ਨਾਲ ਹੀ ਤਕਨੀਕਾਂ ਨਵੀਆਂ ਆ ਗਈਆਂ ਤਾਂ ਕਿ ਬੰਦੇ ਦਾ ਟਾਈਮ ਥੋੜਾ ਹੈ ਤਾਂ ਜਲਦੀ ਤੋਂ ਜਲਦੀ ਉਹਦਾ ਕੰਮ ਹੋ ਸਕੇ। ਤਾਂ ਇਹ ਸਾਰਾ ਕੁਝ ਇੱਕ ਕੰਬੀਨੇਸ਼ਨ ਦੀ ਤਰ੍ਹਾਂ ਚੱਲਦਾ ਹੈਗਾ। ਜੇ ਖਾਣਾ ਮਤਲਬ ਵੀ ਆਪਣਾ ਖੁਰਾਕ ਖਾ ਕੇ ਆਪਾਂ ਕੁਲੀ ਵਗੈਰਾ ਕਰਦੇ ਰਹੀਏ ਤਾਂ ਆਪਣੀ ਸਫਾਈ ਉਨੀ ਕੀ ਰਹੇਗੀ। ਜਿੰਨੀ ਆਪਾਂ ਸਫਾਈ ਘੱਟ ਰੱਖਾਂਗੇ, ਆਪਣਾ ਖਾਣਾ ਵਗੈਰਾ ਫਸਦਾ ਰਹੇਗਾ, ਉਨੀ ਆਪਾਂ ਨੂੰ ਇੱਕ ਸ਼ੁਰੂਆਤ ਹੋ ਜਾਂਦੀ ਹੈ। ਖਾਣਾ ਫਸੇਗਾ, ਫਿਰ ਆਪਾਂ ਨਹੀਂ ਸਾਫ਼ ਕਰਾਵਾਂਗੇ, ਫਿਰ ਕੀੜਾ ਲੱਗੇਗਾ ਅੱਗੇ ਜਾ ਕੇ, ਫਿਰ ਕੀੜਾ ਲੱਗ ਜਾਂਦਾ, ਫਿਰ ਉਹਦਾ ਇਲਾਜ ਕਰਾਉਣਾ ਪੈਣਾ। ਜੇ ਉਹ ਨਹੀਂ ਕਰਾਓਗੇ ਦੰਦ ਕਢਾਉਣਾ ਪੈਣਾ। ਤਾਂ ਸਾਰਾ ਇੱਕ ਚੇਂਜ ਚੱਲਦੀ ਹੈਗੀ ਹੈ। ਤਾਂ ਜੇ ਆਪਣਾ ਸ਼ੁਰੂਆਤ ਤੋਂ ਹੀ ਆਪਾਂ ਆਪਣੀ ਸਫਾਈ ਰੱਖੀਏ, ਸਾਰਾ ਕੁਝ ਠੀਕ ਰੱਖੀਏ, ਤਾਂ ਉਹਦੇ ਨਾਲ ਹੀ ਆਪਣੀ ਚੀਜ਼ਾਂ ਚੱਲਦੀਆਂ ਰਹਿੰਦੀਆਂ। ਹੁਣ ਇਹਦੇ ਨਾਲ ਜਿਵੇਂ ਜਿਵੇਂ ਕੰਮ ਚੱਲ ਰਿਹਾ, ਉਸ ਹਿਸਾਬ ਨਾਲ ਤਕਨੀਕਾਂ ਆ ਰਹੀਆਂ ਹੈਗੀਆਂ, ਕਿਉਂਕਿ ਮਨੁੱਖ ਕੋਲ ਟਾਈਮ ਥੋੜ੍ਹਾ ਹੈ। ਆਪਣੇ ਕੋਲ ਆਪਾਂ ਹਰ ਚੀਜ਼ ਜਾਣਦੇ ਹਾਂ ਵੀ ਆਪਾਂ ਚਾਹੁੰਦੇ ਹਾਂ ਵੀ ਆਪਾਂ ਜਲਦੀ ਹੋ ਜਾਈਏ। ਆਪਾਂ ਮੈਗੀ ਵਾਂਗੂ ਕਰਦੇ ਵੀ ਯਾਰ 10 ਮਿੰਟਾਂ ਸਾਨੂੰ ਵਿਹਲੇ ਕਰ ਦਈਏ, ਤਾਂ ਉਹਦੀ ਲੋੜ ਦੇ ਅਨੁਸਾਰ ਤਕਨੀਕਾਂ ਆ ਗਈਆਂ ਤੇ ਆਪਣਾ ਕੰਮ ਵੱਧ ਗਿਆ। ਦੱਸੋ, ਕੀ ਕਹਿਣਾ ਚਾਹੋਗੇ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਇਸ ਸੈਂਟਰ ਦੇ ਨੂੰ ਕੰਪਲੀਟ ਸੈਂਟਰ ਬਣਾਇਆ ਹੈਗਾ ਡੈਂਟਿਸਟਰੀ ਦਾ, ਕੀ ਕਹਿਣਾ ਚਾਹੋਗੇ ਕਿ ਚਾਈਲਡ ਡੈਂਟਿਸਟਰੀ ਦੀ ਆਪਾਂ ਗੱਲ ਕਰ ਲਈਏ, ਛੋਟੇ ਬੱਚੇ ਅੰਗੂਠਾ ਚੁੰਗਦੇ ਆ, ਉੱਥੋਂ ਲੱਗ ਜਾਈਏ ਆਪਾਂ ਵੱਡਿਆਂ ਤੇ ਆ ਜਾਈਏ, ਔਰ ਉਸ ਤੋਂ ਬਾਅਦ ਵਿੱਚ ਆਪਾਂ ਇੰਪਲਾਂਟ ਦੀ ਗੱਲ ਕਰ ਲਈਏ, ਆਪਾਂ ਗੱਲ ਕਰ ਲਈਏ ਰੂਟ ਕਨਾਲ ਦੀ ਗੱਲ ਕਰ ਲਈਏ, ਆਪਾਂ ਸਮਾਈਲ ਡਿਜ਼ਾਈਨਿੰਗ ਦੀ ਗੱਲ ਕਰ ਲਈਏ, ਤਾਂ ਹਰੇਕ ਚੀਜ਼ ਦੇ ਨਾਲ ਲੈਸ ਇਹ ਕਲੀਨਿਕ ਹੈਗਾ। ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਸਰ, ਜਦੋਂ ਅੱਜ ਤੋਂ ਕਾਫੀ ਸਾਲ ਪਹਿਲਾਂ ਫਰੀਦਕੋਟ ਇੱਕ ਬਹੁਤ ਹੀ ਪਛੜੇ ਇਲਾਕਿਆਂ ਦੇ ਵਿੱਚ ਆਉਂਦਾ ਸੀ। ਉਸ ਟਾਈਮ ਮੈਡੀਕਲ ਕਾਲਜ ਦੀ ਸਥਾਪਨਾ ਹੋਈ ਤੇ ਡੈਂਟਲ ਕਾਲਜ ਦੀ ਸਥਾਪਨਾ ਹੋਈ ਤਾਂ ਕਿ ਫਰੀਦਕੋਟ ਦੇ ਅੰਦਰ ਬੁਨਿਆਦੀ ਮੈਡੀਕਲ ਸੁਵਿਧਾਵਾਂ ਆ ਸਕਣ। ਜਦੋਂ ਮੈਂ 2011 'ਚ ਡਿਗਰੀ ਕੀਤੀ ਤਾਂ ਮੇਰਾ ਇੱਕ ਸੁਪਨਾ ਸੀਗਾ ਵੀ ਮੇਰੇ ਕੋਲ ਆਪਸ਼ਨ ਸੀਗੀ ਵੀ ਮੈਂ ਲੁਧਿਆਣਾ ਜਾਂ ਚੰਡੀਗੜ੍ਹ, ਜਲੰਧਰ ਉੱਥੇ ਜਾ ਕੇ ਸੈਟਲ ਹੋ ਸਕਾਂ। ਪਰ ਮੇਰਾ ਇੱਕ ਸੁਪਨਾ ਸੀਗਾ ਵੀ ਮੈਂ ਆਪਣੇ ਸ਼ਹਿਰ ਦੇ ਅੰਦਰ ਆਪਣੇ ਸ਼ਹਿਰ ਵਾਸੀਆਂ ਨੂੰ ਇੱਕ ਹਰ ਇੱਕ ਤਰ੍ਹਾਂ ਦੀਆਂ ਸੁੱਖ ਸੁਵਿਧਾਵਾਂ ਦੇ ਨਾਲ ਜਿੰਨਾ ਮੇਰੇ ਵੱਲੋਂ ਹੋ ਸਕਦਾ ਮੈਂ ਕਰਾਂ। ਤਾਂ ਮੈਨੂੰ ਸੀ ਵੀ ਮੈਡੀਕਲ ਫੀਲਡ ਦੇ ਅੰਦਰ ਹੀ ਕੁਝ ਇਹੋ ਜਿਹੀ ਚੀਜ਼ਾਂ ਲੈ ਕੇ ਆਵਾਂ, ਦੰਦਾਂ ਦੇ ਨਾਲ ਇਹੋ ਚੀਜ਼ਾਂ ਲੈ ਕੇ ਆਵਾਂਗੀ, ਕਿਉਂਕਿ ਉਹ ਕਹਿੰਦੇ ਦੰਦ ਗਏ ਤਾਂ ਸਵਾਦ ਗਿਆ। ਦੰਦ ਹੋਣਗੇ ਤਾਂ ਬੰਦਾ ਵਧੀਆ ਰਹੇਗਾ, ਖਾਣਾ ਖਾਏਗਾ, ਹੱਸਦਾ ਰਹੇਗਾ। ਹੁਣ ਮੈਂ ਹੱਸ ਕੇ ਗੱਲ ਕਰ ਰਿਹਾ, ਦੰਦਾਂ ਤੇਰੀ ਗੱਲ ਕਰ ਰਿਹਾ। ਜੈਸਾ ਤੁਸੀਂ ਇੱਕ ਨਾਲ ਦੀ ਨਾਲ ਐਜ਼ ਅ ਡਾਈਟੀਸ਼ੀਅਨ ਸੇਵਾ ਦੇ ਰਹੇ ਹੋ, ਕੀ ਕਹਿਣਾ ਚਾਹੋਗੇ ਕਿ ਬਹੁਤ ਸਾਰੇ ਪ੍ਰੀ ਡਾਇਬਟਿਕ ਪੇਸ਼ੈਂਟ ਜਿਨ੍ਹਾਂ ਨੇ ਪ੍ਰੀ ਡਾਇਬਟਿਕ ਸੀਗੇ ਔਰ ਉਹਨਾਂ ਨੇ ਮੈਡੀਸਨ ਤੇ ਲੱਗ ਜਾਣਾ ਸੀ, ਲੇਕਿਨ ਤੁਹਾਡੀ ਹੈਲਪ ਲੈ ਕੇ ਤੁਸੀਂ ਉਹਨਾਂ ਨੂੰ ਗਾਈਡ ਕਰਕੇ, ਉਹਨਾਂ ਨੂੰ ਡਾਈਟ ਪਲਾਨਸ ਦੇ ਕੇ, ਉਹਨਾਂ ਨੂੰ ਐਕਸਰਸਾਈਜ਼ ਦੇ ਬਾਰੇ ਗੱਲ ਕਰਕੇ ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ। ਔਰ ਅੱਜ ਉਹ ਦਵਾਈ ਨਹੀਂ ਖਾ ਰਹੇ, ਬਲਕਿ ਉਹ ਪ੍ਰੀ ਡਾਇਬਟਿਕ ਪੇਸ਼ੈਂਟ ਹੈ ਜਿਹੜੇ ਨੋਰਮਲ ਜ਼ਿੰਦਗੀ ਗੁਜ਼ਾਰ ਰਹੇ ਨੇ। ਸਰ, ਕੋਈ ਵੀ ਬਿਮਾਰੀ ਜੇ ਆਪਾਂ ਉਹਦੀ ਮੁੱਢ ਤੌਰ ਤੇ ਜੇ ਉਹਨੂੰ ਆਪਾਂ ਉੱਥੇ ਰੋਕਦੀ ਹੈ ਨਾ, ਉਹ ਅੱਗੇ ਵਧਣੋਂ ਰੋਕਦੀ ਹੈ, ਤਾਂ ਇੱਕ ਬੰਦਾ ਇੱਕ ਵੱਡੇ ਇਲਾਜ ਤੋਂ
ਵੱਡੇ ਖਰਚੇ ਤੋਂ, ਦੁੱਖ ਕਸ਼ਟਾਂ ਤੋਂ ਪਹਿਲੇ ਹੀ ਆਪਣੇ ਆਪ ਨੂੰ ਨਿਜਾਤ ਲੈ ਲੈਂਦਾ ਹੈਗਾ। ਜਿਹੜਾ ਇੱਕ ਡਾਇਬਟੀਜ਼ ਇੱਕ ਇਹੋ ਜਿਹੀ ਬਿਮਾਰੀ ਹੈ ਇੰਡੀਆ ਦੇ ਅੰਦਰ ਵੀ ਆਪਾਂ ਇਹਦੇ ਬਾਰੇ ਗੱਲ ਬਹੁਤ ਘੱਟ ਕਰਦੇ ਹਾਂ, ਪਰ ਆਪਾਂ ਨੂੰ ਹਰ ਦੂਜੇ ਘਰ 'ਚ ਆਪਣੇ ਕੋਈ ਮਦਰ, ਉਹ ਕਿਸੇ ਦੇ ਕੋਈ ਦਾਦੀ, ਕਿਸੇ ਦੇ ਕੋਈ ਫਾਦਰ, ਉਹ ਸ਼ੂਗਰ ਦੀ ਬਿਮਾਰੀ ਨਾਲ ਗ੍ਰਸਤ ਹੁੰਦੇ ਆ। ਤਾਂ ਡਾਈਟੀਸ਼ੀਅਨ ਦੇ ਅੰਦਰ ਮੇਰੇ ਕੋਲ ਇਹੋ ਜਿਹੇ ਕੇਸ ਬਹੁਤ ਜ਼ਿਆਦਾ ਆਉਂਦੇ ਨੇ ਜਦੋਂ ਬੰਦੇ ਦੇ ਸ਼ੂਗਰ ਕਰਕੇ ਉਹਨਾਂ ਨੂੰ ਇਨਸੂਲਿਨ ਇੰਜੈਕਸ਼ਨ ਲਗਾਉਣੇ ਪੈਂਦੇ ਆ, ਦਵਾਈਆਂ ਖਾਣੀਆਂ ਪੈਂਦੀਆਂ। ਤਾਂ ਜਦੋਂ ਇਹ ਮੈਂ ਚੀਜ਼ ਦੇਖੀ ਤਾਂ ਉਸ ਤੋਂ ਬਾਅਦ ਮੈਂ ਡਾਈਟੀਸ਼ੀਅਨ ਦੀ ਪੜ੍ਹਾਈ ਕਰਨ ਦੀ ਸੋਚੀ ਵੀ ਮੈਂ ਇਹ ਪੜ੍ਹਾਈ ਕਰਕੇ ਆਪਣਾ ਇਹ ਚੀਜ਼ਾਂ ਨੂੰ ਮਤਲਬ ਵੀ ਮੁੱਢ ਤੋਂ ਆਪਣਾ ਬੇਸ ਦੇ ਉੱਥੇ ਜੜੋਂ ਰੋਕਦਾ ਤਾਂ ਕਿ ਪੇਸ਼ੈਂਟ ਨੂੰ ਕੋਈ ਦਿੱਕਤ ਨਾ ਆਵੇ। ਤਾਂ ਇਸ ਕਰਕੇ ਮੈਂ ਇਹਦੇ ਅੰਦਰ ਪੇਸ਼ੈਂਟ ਨੂੰ ਦਵਾਈ ਵਗੈਰਾ ਦੇਣੀ ਸ਼ੁਰੂ ਕੀਤੀ, ਉਹਨਾਂ ਨੂੰ ਕਾਉਂਸਲਿੰਗ ਕਰਨੀ ਸ਼ੁਰੂ ਕੀਤੀ ਵੀ ਤੁਸੀਂ ਆਪ ਦਾ ਸਹੀ ਖਾਓ, ਸਹੀ ਤਰੀਕੇ ਨਾਲ ਕਸਰਤ ਕਰੋ ਤੇ ਉਹ ਦੇਖੋ ਰਿਜ਼ਲਟ ਤੁਹਾਡੇ ਸਾਹਮਣੇ। ਅੰਡਰ ਕੀ ਕਹਿਣਾ ਚਾਹੋਗੇ ਕਿ ਜਿਸ ਤਰੀਕੇ ਦੇ ਨਾਲ PCOD ਦੀ ਪ੍ਰੋਬਲਮ ਲੇਡੀਜ਼ ਬਹੁਤ ਜ਼ਿਆਦਾ ਆ ਰਹੀ ਹੈਗੀ ਆ ਔਰ ਭਿਆਨਕ ਰੋਗ ਜਿਹੜੇ ਹੈਗੇ ਆ ਉਹਨਾਂ ਨੂੰ ਲੱਗ ਰਹੇ ਨੇ, ਉਹਨਾਂ ਨੂੰ ਵੀ ਤੁਸੀਂ ਗਾਈਡ ਕਰਦੇ ਹੋ ਔਰ PCOD ਵਾਲੀਆਂ ਲੇਡੀਜ਼ ਨੂੰ ਵੀ ਤੁਸੀਂ ਬਹੁਤ ਜਨ ਐਜ਼ ਏ ਡਾਈਟੀਸ਼ੀਅਨ ਸੇਵਾ ਦੇ ਕੇ ਉਹਨਾਂ ਨੂੰ ਇੱਕ ਨੋਰਮਲ ਜ਼ਿੰਦਗੀ ਦਿੱਤੀ? ਸਰ ਸ਼ੁਰੂ ਤੋਂ ਨਾ ਆਪਣੇ ਇੱਧਰ ਤੁਸੀਂ ਦੇਖੋਗੇ ਵੀ ਆਪਣਾ ਇੱਕ ਉਹ ਕਹਿੰਦੇ ਮਰਦ ਸਮਾਜ ਪ੍ਰਧਾਨ ਹੈ, ਤਾਂ ਔਰਤਾਂ ਨੂੰ ਨਾ ਨਾਰਮਲ ਗੱਲ ਕਰਨ ਲੱਗੇ ਹੀ ਬੜਾ ਹੁੰਦਾ ਵੀ ਅਸੀਂ ਗੱਲ ਕਰੀਏ ਕਿ ਨਾ। ਤਾਂ ਵਿਦ ਟਾਈਮ ਔਰਤਾਂ ਦੇ ਅੰਦਰ ਉਹ ਚੀਜ਼ ਆਈ ਵੀ ਅਸੀਂ ਆਜ਼ਾਦੀ ਆਈ ਹੈ ਵੀ ਉਹ ਆਪਣੇ ਆਪ ਨੂੰ ਵਿਅਕਤ ਕਰ ਸਕਦੀਆਂ। ਹੁਣ ਜਦੋਂ ਔਰਤਾਂ ਦੇ ਅੰਦਰ ਆਜ਼ਾਦੀ ਆ ਰਹੀ ਤਾਂ ਉਹਨਾਂ ਦੀ ਜਿਹੜੀਆਂ ਦਿੱਕਤਾਂ ਨੇ ਉਹਨਾਂ ਬਾਰੇ ਵੀ ਖੁੱਲ੍ਹ ਕੇ ਗੱਲ ਪਾ ਰਹੇ ਨੇ। ਇਹ PCOD ਅੱਜ ਦਾ ਨਹੀਂ, ਬੜੀ ਦੇਰ ਪਹਿਲਾਂ ਦਾ ਸੀ, ਬਟ ਕਦੇ ਗੱਲ ਹੀ ਨਹੀਂ ਹੋਈ। ਗੱਲ ਹੋਊਗੀ ਤਾਂ ਸਭ ਨੂੰ ਪਤਾ ਲੱਗੇਗਾ। ਤਾਂ ਹੁਣ ਕੀ ਹੈ ਵੀ ਜਦੋਂ ਖੁੱਲ੍ਹ ਕੇ ਗੱਲ ਕਰਦੇ ਨੇ ਉਹਨਾਂ ਦੀ ਦਿੱਕਤਾਂ ਵੀ ਖੁੱਲ੍ਹ ਕੇ ਆਪਣੇ ਆਪ ਨੂੰ ਐਕਸਪ੍ਰੈਸ ਕਰ ਪਾਉਂਦੀਆਂ। ਇਸ ਕਰਕੇ ਜਦੋਂ ਉਹਨਾਂ ਦੀ ਇਹ ਦਿੱਕਤ ਆਉਂਦੀ ਹੈਗੀ ਹੈ ਤਾਂ ਉਹ ਆ ਕੇ ਸਾਡੇ ਕੋਲ ਆਉਂਦੇ ਨੇ, ਆਪਣੇ ਆਪ ਨੂੰ ਅਸਹਾਈ ਮਹਿਸੂਸ ਕਰਦੀਆਂ ਵੀ ਮੈਨੂੰ ਇਹ ਦਿੱਕਤ ਆ ਰਿਹਾ। ਤਾਂ ਅਸੀਂ ਉਹਨਾਂ ਨੂੰ ਕਾਉਂਸਲ ਕਰਕੇ ਉਹਨਾਂ ਦੀ ਡਾਈਟ ਸੈੱਟ ਕਰਕੇ ਤਾਂ ਉਹਨਾਂ ਨੂੰ ਇੱਕ ਜਿਹੜੀ ਇਹ ਕਹਿ ਲਓ ਵੀ ਉਹਨੂੰ ਇਸ ਬਿਮਾਰੀ ਨੂੰ ਘੱਟੋ ਘੱਟ ਕਰ ਦਿੰਦੇ ਹਾਂ ਤਾਂ ਕਿ ਉਹ ਆਪਣੇ ਆਪ ਨੂੰ ਇੱਕ ਸਫਲ ਤੇ ਵਧੀਆ ਜੀਵਨ ਅੱਗੇ ਬਤੀਤ ਕਰ ਸਕਣ। ਦੱਸਾ ਯੂ ਆਰ ਐਨ ਇੰਸਟੀਟਿਊਸ਼ਨ, ਯੂ ਹੈਵ ਲੌਂਗ ਡਾਟਾ। ਸਾਨੂੰ ਸਮਾਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ। ਇੱਕ ਬਹੁਤ ਚੰਗਾ ਲੱਗਿਆ ਵੀ ਇੱਕ ਸਾਡੇ ਨਾਲ ਇਹਨੇ ਸੂਝਵਾਨ ਭਾਜੀ ਆਏ ਨੇ, ਉਹਨਾਂ ਨੇ ਸਾਨੂੰ ਗਾਈਡ ਕਰ ਰਿਹਾ, ਪਲੱਸ ਸਾਨੂੰ ਆਸ਼ੀਰਵਾਦ ਦਿੱਤਾ। ਐਂਡ ਸਭ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਲਈ। ਧੰਨਵਾਦ। ਗੱਲ ਕਰਾਂ ਡਾਕਟਰ ਸ਼ਾਨੂ ਜੀ ਦੇ ਨਾਲ ਜਿਹੜੇ ਕਿ ਇੱਕ ਨਈਆਂ ਟੈਕਨੀਕਸ ਲੈ ਕੇ ਆਏ ਨੇ। ਸਭ ਤੋਂ ਵੱਡੀ ਗੱਲ ਹੈ ਕਿ ਉਹ ਲੇਡੀਜ਼ ਜਿਨ੍ਹਾਂ ਦੀਆਂ ਆਈਬ੍ਰੋਜ਼ ਜਿਹੜੀਆਂ ਹੈਗੀਆਂ ਵਾਲ ਉੱਡ ਜਾਂਦੇ ਨੇ, ਉਸ ਤੋਂ ਬਾਅਦ ਦੇ ਵਿੱਚ ਵੀ ਉਹਨਾਂ ਨੂੰ ਨਵੀਂ ਜ਼ਿੰਦਗੀ ਦੇਣੀ, ਉਹਨਾਂ ਦੇ ਉਹੀ ਚੀਜ਼ਾਂ ਨੂੰ ਜਿਹੜੀ ਹੈਗੀ ਆ ਪਰਮਾਨੈਂਟਲੀ ਮਤਲਬ ਓਰੀਜਨਲ ਚੀਜ਼ ਨੂੰ ਹੀ ਦੁਬਾਰਾ ਤੋਂ ਰੀਸਟੋਰ ਕਰਨਾ, ਉਹ ਵੀ ਇਹਨਾਂ ਦੇ ਵਿੱਚ ਪ੍ਰੋਪਰਟੀ ਹੈਗੀ ਆ। ਔਰ ਉਹਦੇ ਨਾਲ ਨਾਲ ਇੱਕ ਡੈਂਟਲ ਸਰਜਨ ਨੇ। ਡਾਕਟਰ ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਹਾਂਜੀ, ਥੈਂਕ ਯੂ ਸੋ ਮਚ। ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਇੱਥੇ, ਤੁਸੀਂ ਮੈਨੂੰ ਇਹ ਪਲੇਟਫਾਰਮ ਦਿੱਤਾ, ਮੈਨੂੰ ਬਹੁਤ ਅੱਛਾ ਲੱਗ ਰਿਹਾ ਇੱਥੇ ਗੱਲ ਕਰਕੇ ਤੁਹਾਡੇ ਨਾਲ। ਡਾਕਟਰ ਸ਼ਾਨੂ ਕੀ ਕਹਿਣਾ ਚਾਹੋਗੇ ਕਿ ਮਾਡਰਨ ਈਰਾ ਹੈਗਾ ਔਰ ਮਾਡਰਨ ਈਰਾ ਦੇ ਵਿੱਚ ਅੱਜ ਜਿਹੜੀ ਡੈਂਟਿਸਟਰੀ ਆ ਬਦਲ ਗਈ ਹੈ। ਲੋਕ ਸਮਾਈਲ ਡਿਜ਼ਾਈਨਿੰਗ, ਲੋਕ ਸੋਹਣਾ ਬਣਨਾ ਚਾਹੁੰਦੇ ਹੈਗੇ ਆ। ਲੋਕਾਂ ਨੂੰ ਇਹ ਹੁੰਦਾ ਕਿ ਮੇਰੀ ਲੁੱਕ ਵਧੀਆ ਹੋਵੇ, ਜਦੋਂ ਮੈਂ ਹੱਸਦਾ ਮੈਂ ਸੋਹਣਾ ਲੱਗਾ। ਕੀ ਕਹਿਣਾ ਚਾਹੋਗੇ ਕਿ ਉਹ ਸਾਰੀਆਂ ਚੀਜ਼ਾਂ ਦੇ ਤੁਸੀਂ ਐਕਸਪਰਟ ਹੋ? ਜੀ, ਅੱਜ ਕੱਲ੍ਹ ਡੈਂਟਿਸਟਰੀ ਬਹੁਤ ਜ਼ਿਆਦਾ ਮਤਲਬ ਕਿ ਫੀਲਡ ਜਿਹੜਾ ਹੈਗਾ ਬਹੁਤ ਐਕਸਪੈਂਡ ਹੋ ਗਿਆ। ਹੁਣ ਇਕੱਲਾ ਦੰਦਾਂ ਤੱਕ ਨਹੀਂ ਰਹਿ ਗਿਆ। ਮਤਲਬ ਪਹਿਲੇ ਹੁੰਦਾ ਸੀਗਾ ਕਿ ਦੰਦ ਕਢਵਾ ਲਓ ਤੇ ਡੈਂਚਰ ਲਗਵਾ ਲਓ, ਦੈਟਸ ਇਟ, ਦਰਦ ਹੋ ਗਈ ਦੰਦ ਕਢਵਾ ਲਓ। ਹੁਣ ਡੈਂਟਿਸਟਰੀ ਜਿਹੜੀ ਹੈਗੀ ਹੈ ਇਕੱਲੀ ਇੱਥੇ ਤੱਕ ਸੀਮਿਤ ਨਹੀਂ ਹੈ। ਅਸੀਂ ਆਪਣੇ ਆਪ ਨੂੰ ਸੋਹਣਾ ਲਗਾਉਣ ਲਈ ਦੰਦ ਵੀ ਆਪਣੇ ਸੋਹਣੇ ਬਣਾ ਸਕਦੇ ਹਾਂ। ਐਂਡ ਇਹਦੇ ਨਾਲ ਨਾਲ ਜਿਹੜੀ ਡੈਂਟਿਸਟਰੀ ਹੈ ਹੁਣ ਇਕੱਲੀ ਦੰਦਾਂ ਤੱਕ ਸੀਮਿਤ ਨਹੀਂ ਰਹਿ ਗਈ, ਪੂਰੇ ਫੇਸ 'ਤੇ ਹੀ ਆਪਾਂ ਕਾਫੀ ਚੀਜ਼ਾਂ ਹੈ ਆਪਣੀ ਫੇਸ਼ੀਅਲ ਪ੍ਰੋਫਾਈਲ ਨੂੰ ਵਧੀਆ ਕਰਨ ਲਈ ਸਾਡੇ ਕੋਲ ਹੋਰ ਬਹੁਤ ਟੈਕਨੀਕਸ ਆ ਚੁੱਕੀਆਂ ਜੋ ਡੈਂਟਿਸਟਰੀ ਫੀਲਡ ਦੇ ਵਿੱਚ ਹੀ ਐਡ ਹੋ ਗਈਆਂ। ਐਂਡ ਅੱਜ ਤੱਕ ਕਾਫੀ ਲੋਕਾਂ ਨੂੰ ਹਜੇ ਤੱਕ ਪਤਾ ਹੀ ਨਹੀਂ ਹੈ ਇਸ ਚੀਜ਼ ਬਾਰੇ। ਫੋਰ ਐਗਜ਼ਾਮਪਲ ਮਾਈਕਰੋ ਪਿਗਮੈਂਟੇਸ਼ਨ, ਪਰਮਾਨੈਂਟ ਮੇਕਅਪ, ਉਹਦੇ ਵਿੱਚ ਕੀ ਹੈ, ਜਿੱਦਾਂ ਬਹੁਤ ਸਾਰੀ ਲੇਡੀਜ਼ ਹੈ ਉਹਨਾਂ ਦੇ ਆਈਬ੍ਰੋਜ਼ ਜਿਹੜੇ ਹੁੰਦੇ ਆ ਵਿਦ ਏਜ ਉਹਨਾਂ ਦੇ ਜਿਹੜੇ ਹੇਅਰ ਹੈ ਲੂਜ਼ ਹੋ ਜਾਂਦੇ ਆ। ਉਹਨਾਂ ਕੋਲ ਹੋਰ ਕੋਈ ਆਪਸ਼ਨ ਨਹੀਂ ਹੁੰਦਾ, ਉਹ ਪੈਨਸਿਲਸ ਦੇ ਨਾਲ ਆਪਣੇ ਬਣਾਉਂਦੇ ਆ ਜਾਂ ਫਿਰ ਉਹਨਾਂ ਨੂੰ ਬਿਊਟੀ ਪਾਰਲਰ ਜਾਣਾ ਪੈਂਦਾ ਹੈ। ਐਂਡ ਵੰਸ ਤੁਸੀਂ ਆਪਣਾ ਮੂੰਹ ਧੋਵੋਗੇ ਉਹ ਫੇਰ ਬੈਕ ਟੂ ਨੋਰਮਲ ਹੋ ਜਾਏਗਾ। ਆਪਣੇ ਕੋਲ ਕੋਈ ਪਰਮਾਨੈਂਟ ਸੋਲਿਊਸ਼ਨ ਨਹੀਂ ਹੈ। ਐਂਡ ਆਈ ਵਿਲ ਲਾਈਕ ਟੂ ਟੈਲ ਯੂ ਕਿ ਫਰੀਦਕੋਟ ਦੇ ਵਿੱਚ ਆਪਾਂ ਪੂਰੇ ਐਕਸਕਲੂਸਿਵ ਆ ਮਾਈਕਰੋ ਪਿਗਮੈਂਟੇਸ਼ਨ, ਇੱਕ ਪਰਮਾਨੈਂਟ ਮੇਕਅਪ ਸਾਡੇ ਕੋਲ ਟੈਕਨੀਕ ਹੈ ਜਿਹਦੇ ਨਾਲ ਅਸੀਂ ਪਰਮਾਨੈਂਟ ਆਈਬ੍ਰੋਜ਼ ਪ੍ਰੋਵਾਈਡ ਕਰਦੇ ਹਾਂ ਲੇਡੀਜ਼ ਨੂੰ। ਐਂਡ ਇਹਦੇ ਨਾਲ ਨਾਲ ਲਿਪਸ ਦਾ ਵੀ, ਜਿੱਦਾਂ ਮਤਲਬ ਕਈਆਂ ਦੇ ਲਿਪਸ ਡਾਰਕ ਹੁੰਦੇ ਆ, ਉਹਨਾਂ ਨੂੰ ਮਤਲਬ ਸਪੈਸ਼ਲੀ ਜਿੱਦਾਂ ਫੀਮੇਲਸ ਨੂੰ ਹੁੰਦਾ ਹੀ ਆ ਡਾਰਕ ਲਿਪਸ ਹੈਗੇ ਆ, ਲਿਪਸਟਿਕਸ ਲਗਾਉਣੀਆਂ ਪੈਂਦੀਆਂ ਜਾਂ ਹੋਰ ਬਹੁਤ ਤਰੀਕੇ ਯੂਜ਼ ਕਰਦੇ ਆ ਕਿ ਸਾਡੇ ਲਿਪਸ ਵੀ ਸੋਹਣੇ ਹੋ ਜਾਣ, ਜਾਂ ਕੋਈ ਵੀ ਇੱਦਾਂ ਦੇ ਜਿਹੜੀਆਂ ਟੈਕਨੀਕਸ ਯੂਜ਼ ਕਰਦੇ ਆ ਉਹ ਸਾਰੀਆਂ ਹੈਗੀਆਂ ਟੈਂਪਰਰੀ। ਸਾਡੇ ਕੋਲ ਪਰਮਾਨੈਂਟ ਸੋਲਿਊਸ਼ਨ ਹੈ ਉਸ ਚੀਜ਼ ਦੇ। ਸਾਡੇ ਕੋਲ ਟੈਕਨੀਕਸ ਹੈ, ਅਸੀਂ ਲੈ ਕੇ ਆਏ ਹਾਂ ਐਂਡ ਕਾਫੀ ਪੇਸ਼ੈਂਟ ਸਾਡੇ ਕੋਲੋਂ ਕਰਵਾ ਵੀ ਰਹੇ ਆ, ਉਹਨਾਂ ਨੂੰ ਬਹੁਤ ਵਧੀਆ ਰਿਜ਼ਲਟਸ ਆ ਰਹੇ ਆ। ਦੱਸੋ ਕੀ ਕਹਿਣਾ ਚਾਹੋਗੇ ਕਿ ਡੈਂਟਿਸਟਰੀ ਦਾ ਤੁਸੀਂ ਸਾਰਾ ਕੰਮ ਕਰਦੇ ਹੋ, ਚਾਹੇ ਰੂਟ ਕਨਾਲ ਹੈ, ਚਾਹੇ ਇੰਪਲਾਂਟ ਦੀ ਗੱਲ ਕਰ ਲਈਏ, ਉਹ ਤਾਂ ਸਾਰੇ ਟੈਕਨੀਕਸ ਤੁਹਾਡੇ ਕੋਲ ਅਵੇਲੇਬਲ ਹੈਗੀਆਂ। ਉਹਦੇ ਨਾਲ ਨਾਲ ਜੇ ਆਪਾਂ ਗੱਲ ਕਰ ਲਈਏ, ਬੰਦੇ ਬਿਊਟੀ ਪਾਰਲਰ ਜਾਂਦਾ, ਬਿਊਟੀ ਪਾਰਲਰ ਜਾ ਕੇ ਉਹਨੂੰ ਪਤਾ ਸਕਿਨ ਜਿਹੜੀ ਮੇਰੀ ਹੈਗੀ ਆ ਉਹ ਸਕਿਨ ਨੂੰ ਐਨਾਲਾਈਜ਼ ਨਹੀਂ ਕਰਦਾ, ਕੋਈ ਹੋਦਾ ਨਹੀਂ। ਕੀ ਕਹਿਣਾ ਚਾਹੋਗੇ ਕਿ ਤੁਸੀਂ ਇੱਥੇ ਐਨਾਲਾਈਜ਼ ਕਰਕੇ ਉਹਨਾਂ ਨੂੰ ਸਕਿਨ ਨੂੰ ਉਸੇ ਤਰੀਕੇ ਦੇ ਨਾਲ ਹੀ ਲੁੱਕ ਦਿੰਦੇ ਹੋ, ਉਸੇ ਤਰੀਕੇ ਦੇ ਨਾਲ ਹੀ ਆਪਣੀ ਮਸ਼ੀਨਰੀ ਜਿਹੜੀ ਇੱਥੇ ਯੂਜ਼ ਕਰਕੇ ਘੱਟ ਤੋਂ ਘੱਟ ਹੱਥਾਂ ਦਾ ਯੂਜ਼ ਕਰਦੇ ਹੋ? ਕੀ ਕਹਿਣਾ ਚਾਹੋਗੇ?
ਹਾਂਜੀ, ਇਹ ਤਾਂ ਦੇਖੋ ਡੈਫੀਨੇਟਲੀ ਅਸੀਂ ਮੈਡੀਕਲ ਫੀਲਡ ਤੋਂ ਹੈਗੇ ਹਾਂ, ਸਾਨੂੰ ਫੇਸ਼ੀਅਲ ਸਟਰਕਚਰ ਬਾਰੇ, ਸਾਨੂੰ ਹਿਊਮਨ ਐਨਾਟਮੀ ਬਾਰੇ ਥੋੜ੍ਹਾ ਜ਼ਿਆਦਾ ਪਤਾ ਹੁੰਦਾ ਹੈ ਐਂਡ ਸਾਨੂੰ ਸਕਿਨ ਦੀ ਡੈਪਥ ਬਾਰੇ ਵੀ ਐਗਜ਼ੈਕਟਲੀ ਆਈਡੀਆ ਹੁੰਦਾ ਹੈ। ਅਤੇ ਇਸ ਕਰਕੇ ਆਈ ਥਿੰਕ ਵੀ ਕੈਨ ਗਿਵ ਦੈਮ ਥੋੜ੍ਹਾ ਜਿਹਾ ਜ਼ਿਆਦਾ ਬੈਟਰ ਆਈਡੀਆ ਉਹਨਾਂ ਦੀ ਸਕਿਨ ਲਈ ਕੀ ਬੈਟਰ ਹੈ। ਐਂਡ ਸਾਡਾ ਜਿਹੜਾ ਐਸਥੈਟਿਕ ਦਾ ਜਿਹੜਾ ਟਰੀਟਮੈਂਟ ਹੈਗੇ ਆ, ਜਿਹੜੇ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਪ੍ਰੋਸੀਜਰਸ, ਉਹ ਇਕੱਲੇ ਲਿਪ ਮਾਈਕਰੋ ਪਿਗਮੈਂਟੇਸ਼ਨ ਤੱਕ, ਪਰਮਾਨੈਂਟ ਮੇਕਅਪ ਤੱਕ ਹੀ ਸੀਮਿਤ ਨਹੀਂ ਹੈ। ਚੁਰਰੀਆਂ ਜਿੱਦਾਂ ਪੈ ਜਾਂਦੀਆਂ ਫੇਸ ਉੱਤੇ, ਉਹਦੇ ਲਈ ਸਾਡੇ ਕੋਲ ਟਰੀਟਮੈਂਟਸ ਹੈਗੇ ਆ, ਠੀਕ ਹੈ। ਤੁਹਾਡੇ ਫੇਸ 'ਤੇ ਛਾਈਆਂ ਹੁੰਦੀਆਂ ਜੋ ਕਿ ਆਪਣੇ ਇਸ ਏਰੀਆ ਵਿੱਚ ਕਾਫੀ ਲੇਡੀਜ਼ ਨੂੰ ਪ੍ਰੋਬਲਮ ਆ ਜਾਂਦੀ ਹੈ ਵਿਦ ਟਾਈਮ। ਅਸੀਂ ਡੈਫੀਨੇਟਲੀ ਉਹਦਾ ਤੁਹਾਨੂੰ ਬੈਟਰ ਟਰੀਟਮੈਂਟ ਪ੍ਰੋਵਾਈਡ ਕਰਾਂਗੇ ਬਿਕੋਜ਼ ਸਾਨੂੰ ਸਕਿਨ ਬਾਰੇ ਜ਼ਿਆਦਾ ਨੌਲੇਜ ਹੈ ਐਂਡ ਸਾਡੇ ਕੋਲ ਮੈਡੀਕਲ ਟਰੀਟਮੈਂਟਸ ਹੈਗੇ ਆ ਜਿਨ੍ਹਾਂ ਦੇ ਕੋਈ ਸਾਈਡ ਇਫੈਕਟਸ ਨਹੀਂ ਹੈ ਐਂਡ ਤੁਹਾਨੂੰ ਸ਼ਰਤੀਆ ਉਹਦੇ ਇਲਾਜ ਵੀ ਮਿਲਣਗੇ। ਡਾਕਟਰ ਕੀ ਕਹਿਣਾ ਚਾਹੋਗੇ ਕਿ ਇੱਥੇ ਸਟਰਲਾਈਜੇਸ਼ਨ ਦਾ ਬੜਾ ਧਿਆਨ ਰੱਖਿਆ ਜਾਂਦਾ ਔਰ ਇਹ ਇੱਕ ਬਹੁਤ ਵੱਡਾ ਫੈਕਟਰ ਹੈਗਾ ਇਹਦੇ ਵਿੱਚ ਸੋਹਣੇ ਬਣਨ ਦੇ ਵਿੱਚ, ਕਿਉਂਕਿ ਸੋਹਣੇ ਬਣਨ ਦੇ ਨਾਲ ਨਾਲ ਲੋਕ ਬਿਮਾਰੀਆਂ ਲਿਆਉਂਦੇ ਆ ਔਰ ਤੁਸੀਂ ਜਿਹੜਾ ਹੈਗਾ ਇਸ ਚੀਜ਼ ਦੇ ਉੱਤੇ ਬੜਾ ਤੁਸੀਂ ਪਹਿਲਾਂ ਹੀ ਗੱਲ ਕਰੀ ਹੈ ਕਿ ਅਸੀਂ ਮੈਡੀਕਲ ਸਟੂਡੈਂਟ ਹੈਗੇ, ਇਹਨਾਂ ਚੀਜ਼ਾਂ 'ਤੇ ਜ਼ਿਆਦਾ ਅਸੀਂ ਧਿਆਨ ਦਿੰਦੇ। ਦੇਖੋ ਡੈਫੀਨੇਟਲੀ ਤੁਸੀਂ ਜਦੋਂ ਇੱਕ ਹਸਪੀਟਲ ਵਿੱਚ ਆ ਰਹੇ ਹੋ ਅਤੇ ਸਾਡੇ ਕੋਲ ਸਟਰਲਾਈਜੇਸ਼ਨ ਦੇ ਜ਼ਿਆਦਾ ਬੈਟਰ ਮਤਲਬ ਕਿ ਸਾਡੇ ਕੋਲ ਸੁਵਿਧਾਵਾਂ ਹੋਣਗੀਆਂ ਸਟਰਲਾਈਜੇਸ਼ਨ ਦੀਆਂ ਬਿਕੋਜ਼ ਸਾਡੇ ਕੋਲ ਕੋਈ ਪੇਸ਼ੈਂਟ ਆਏਗਾ ਉਹ ਇਸ ਚੀਜ਼ ਤੋਂ ਨਿਸ਼ਚਿੰਤ ਰਹਿ ਸਕਦਾ ਹੈ ਕਿ ਮੈਂ ਤਾਂ ਕੋਈ ਇਨਫੈਕਸ਼ਨ ਨਹੀਂ ਲੈ ਕੇ ਜਾਊਂਗਾ। ਤੁਸੀਂ ਕਿਤੇ ਹੋਰ ਜਾਂਦੇ ਹੋ, ਫੋਰ ਐਗਜ਼ਾਮਪਲ ਤੁਸੀਂ ਗੋਲ ਗੱਪੇ ਦੀ ਰੇਹੜੀ 'ਤੇ ਵੀ ਜਾਂਦੇ ਹੋ, ਤੁਹਾਨੂੰ ਉੱਥੋਂ ਵੀ ਚਾਂਸਸ ਹੈਗੇ ਆ ਬਿਕੋਜ਼ ਅਬ ਲੋਕੀ ਬਹੁਤ ਕਾਮਨਲੀ ਜਾਂਦੇ ਆ, ਬਟ ਇੱਥੇ ਤੁਹਾਨੂੰ ਉਸ ਚੀਜ਼ ਦੀ ਟੈਨਸ਼ਨ ਨਹੀਂ ਹੈ ਬਿਕੋਜ਼ ਇੱਥੇ ਸਾਰੇ ਡਾਕਟਰਸ ਹੈ ਐਂਡ ਤੁਹਾਨੂੰ ਬੈਸਟ ਟਰੀਟਮੈਂਟ ਪ੍ਰੋਵਾਈਡ ਹੋਏਗਾ। ਤੁਸੀਂ ਇਹ ਟੈਨਸ਼ਨ ਨਹੀਂ ਲੈ ਸਕਦੇ ਕਿ ਮੈਨੂੰ ਕੋਈ ਇਨਫੈਕਸ਼ਨ ਹੋਏਗੀ, ਇੱਦਾਂ ਦੀ ਕੋਈ ਨਿਸ਼ਚਿੰਤ ਹੋ ਜਾਓ ਇਸ ਚੀਜ਼ ਤੋਂ। ਤੁਹਾਨੂੰ ਇੱਕ ਬਹੁਤ ਵਧੀਆ ਇੱਥੇ ਫੈਸਿਲਿਟੀਜ਼ ਪ੍ਰੋਵਾਈਡ ਹੋਣਗੀਆਂ ਅਤੇ ਯੂ ਆਲ ਆਰ ਵੈਲਕਮ, ਕੋਈ ਇੱਦਾਂ ਦੀ ਗੱਲ ਨਹੀਂ ਹੈ। ਜਿਸ ਆਪਾਂ ਸਕੇਲਿੰਗ ਦੀ ਗੱਲ ਕਰ ਲਈਏ, ਕੋਈ ਸਮਾਂ ਸੀਗਾ ਜਦੋਂ ਲੋਕ ਕਹਿੰਦੇ ਸੀਗੇ ਕਿ ਦੰਦਾਂ ਦੀ ਹੱਡੀ 'ਚ ਨੁਕਸ ਪੈ ਗਿਆ, ਪੀਲਾਪਨ ਆ ਗਿਆ, ਲੇਕਿਨ ਅੱਜ ਤੁਹਾਡੇ ਕੋਲੇ ਪੀਲੇ ਤੋਂ ਪੀਲੇ ਦੰਦ, ਕਾਲੇ ਤੋਂ ਕਾਲੇ ਦੰਦ, ਸੜੇ ਹੋਏ ਦੰਦ ਵੀ ਜੇ ਆਪਾਂ ਕਹਿ ਦਈਏ ਜਿਹੜੇ ਬਿਲਕੁਲ ਗੰਦੇ ਦੰਦ ਆ ਉਹਨਾਂ ਨੂੰ ਤੁਸੀਂ ਬਿਊਟੀਫੁਲ ਬਣਾ ਸਕਦੇ ਹੋ। ਕੀ ਕਹਿਣਾ ਚਾਹੋਗੇ? ਮੈਂ ਉਹਦੇ ਬਾਰੇ ਇੱਕ ਬਹੁਤ ਵੱਡਾ ਮਿਥ ਹੈ ਜਿਹੜੇ ਇੱਥੇ ਸਾਡੇ ਕੋਲ 99% ਪੇਸ਼ੈਂਟਸ ਆ ਕੇ ਇਹੀ ਗੱਲ ਕਰਦੇ ਆ ਕਿ ਡਾਕਟਰ ਸਾਹਿਬ ਜੇ ਅਸੀਂ ਦੰਦਾਂ ਦੀ ਸਫਾਈ ਕਰਾਵਾਂਗੇ ਸਾਡੇ ਕਰੇੜਾ ਜੰਮਿਆ ਹੋਇਆ, ਜੇ ਆਪਾਂ ਸਫਾਈ ਕਰਾਵਾਂਗੇ ਨਾ ਸਾਡੇ ਦੰਦ ਹਿੱਲ ਜਾਣਗੇ। ਬਹੁਤ ਵੱਡਾ ਮਿਥ ਹੈ ਇਹ, ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੀ ਹਾਂ ਇੱਦਾਂ ਦਾ ਕੁਝ ਨਹੀਂ ਹੁੰਦਾ। ਜੇ ਤੁਸੀਂ ਜਿਹੜਾ ਕਰੇੜਾ ਹੈ ਨਾ ਉਹ ਸਾਡੇ ਮਸੂੜੇ ਦੀ ਬਿਮਾਰੀ ਹੈ, ਉਹ ਮਸੂੜੇ ਨੂੰ ਥੱਲੇ ਕਰ ਦਿੰਦਾ ਹੈ। ਅਸਲ ਵਿੱਚ ਉਹ ਕਰੇੜਾ ਹੈ ਜਿਹੜਾ ਤੁਹਾਡੇ ਦੰਦਾਂ ਨੂੰ ਕਮਜ਼ੋਰ ਕਰ ਰਿਹਾ। ਜੇ ਤੁਸੀਂ ਉਹ ਕਰੇੜਾ ਟਾਈਮ ਸਿਰ ਸਾਫ਼ ਨਹੀਂ ਕਰਵਾਓਗੇ ਤੁਹਾਡਾ ਦੰਦ ਵੈਸੇ ਹੀ ਹਿਲ ਜਾਣੇ ਆ, ਤੁਹਾਡੇ ਦੰਦ ਉਸ ਕਰੇੜੇ ਨੇ ਫੜੇ ਹੋਏ ਆ, ਮਸੂੜੇ ਨੇ ਹੈਲਦੀ ਵਿੱਚ ਨਹੀਂ ਫੜੇ ਹੋਏ। ਐਂਡ ਜੇ ਤੁਸੀਂ ਮਤਲਬ ਕਿ ਸਫਾਈ ਨਹੀਂ ਕਰਵਾਉਂਦੇ ਰੈਗੂਲਰਲੀ, ਕਰੇੜਾ ਅੱਗੇ ਤੋਂ ਅੱਗੇ ਵਧੀ ਜਾਊਗਾ ਐਂਡ ਤੁਹਾਡਾ ਦੰਦ ਵੈਸੇ ਨੈਚੁਰਲੀ ਹੀ ਵੀਕ ਹੋ ਜਾਂਦਾ ਹੈ, ਠੀਕ ਹੈ। ਅਤੇ ਤੁਸੀਂ ਹੁੰਦਾ ਕੀ ਹੈ, ਡਾਕਟਰ ਕੋਲ ਆਉਂਦੇ ਹੋ, ਡਾਕਟਰ ਕਰੇੜਾ ਸਾਫ਼ ਕਰਦਾ ਐਂਡ ਪੇਸ਼ੈਂਟ ਨੂੰ ਲੱਗਦਾ ਵੀ ਮੇਰਾ ਤਾਂ ਦੰਦ ਹਿਲ ਗਿਆ, ਜਦ ਕਿ ਦੰਦ ਕਰੇੜੇ ਨੇ ਫੜਿਆ ਸੀ, ਕਰੇੜਾ ਕੱਟਿਆ ਦੰਦ ਉੱਦਾਂ ਹੀ ਹਿਲਣਾ ਸ਼ੁਰੂ ਹੋ ਗਿਆ ਕਿਉਂਕਿ ਦੰਦ ਐਕਚੁਅਲ ਵਿੱਚ ਹੈ ਹੀ ਨਹੀਂ ਗ੍ਰਿਪ ਵਿੱਚ। ਅਤੇ ਉਹ ਬਲੇਮ ਡਾਕਟਰ 'ਤੇ ਆ ਜਾਂਦਾ ਹੈ ਕਿ ਡਾਕਟਰ ਨੇ ਜੀ ਸਫਾਈ ਕੀਤੀ ਸੀ ਅਤੇ ਉਹ ਖਰਾਬ ਹੋ ਗਿਆ। ਲੋਕਾਂ ਨੂੰ ਇਸ ਚੀਜ਼ ਬਾਰੇ ਅਵੇਅਰਨੈਸ ਨਹੀਂ ਹੈ, ਇਸ ਕਰਕੇ ਇੰਨਾ ਜ਼ਿਆਦਾ ਗੈਪ ਨਾ ਪਾਓ। ਜਦੋਂ ਤੁਹਾਨੂੰ ਲੱਗਦਾ ਕਿ ਮੇਰੇ ਡਿਪੋਜ਼ਿਟਸ ਹੈ ਐਂਡ ਮੇਰੇ ਦੰਦਾਂ ਨੂੰ ਸਫਾਈ ਦੀ ਲੋੜ ਹੈ, ਇਮੀਡੀਏਟਲੀ ਡੈਂਟਿਸਟ ਕੋਲ ਜਾਓ ਐਂਡ ਆਪਣੀ ਕਲੀਨਿੰਗ ਕਰਵਾਓ, ਰੈਗੂਲਰਲੀ ਕਲੀਨਿੰਗ ਕਰਵਾਓ, ਸਾਲ 'ਚ 2 ਵਾਰੀ ਡੈਫੀਨੇਟਲੀ ਕਰਵਾਓ ਤਾਂ ਕਿ ਤੁਹਾਡੇ ਦੰਦ ਹੈਲਦੀ ਰਹਿਣ ਐਂਡ ਹਿੱਲਣਗੇ ਵੀ ਨਹੀਂ। ਐਂਡ ਇਸ ਤੋਂ ਇਲਾਵਾ ਜਿਹੜੀ ਕਲਬਰੇਸ਼ਨ ਦੀ ਤੁਸੀਂ ਗੱਲ ਕੀਤੀ ਸੀ, ਕਾਲੇ ਹੋ ਰਹੇ ਆ, ਪੀਲੇ ਹੋ ਰਹੇ ਆ, ਉਹਦੇ ਲਈ ਵੀ ਬਹੁਤ ਸਾਰੀ ਟੈਕਨੀਕਸ ਹੈਗੀਆਂ ਸਾਡੇ ਕੋਲ। ਲਾਈਕ ਬਲੀਚਿੰਗ ਹੈ, ਸਭ ਤੋਂ ਕਾਮਨ ਹੈਗੀ ਹੈ। ਡੈਂਟਲ ਬਲੀਚ 10-15 ਮਿੰਟ ਦਾ ਪ੍ਰੋਸੀਜਰ ਹੁੰਦਾ, ਕਰਵਾ ਕੇ ਤੁਸੀਂ ਆਰਾਮ ਨਾਲ ਆਪਣਾ ਫ੍ਰੀ ਹੋ ਸਕਦੇ ਹੋ। ਨਾਲ ਦੇ ਨਾਲ ਤੁਹਾਡੇ 2 ਸ਼ੇਡ 3 ਸ਼ੇਡ ਜਿਹੜੇ ਦੰਦ ਹੈ ਬ੍ਰਾਈਟ ਹੋ ਜਾਂਦੇ ਆ। ਐਂਡ ਇਸ ਤੋਂ ਇਲਾਵਾ ਆਪਣੇ ਕੋਲ ਵਿਨੀਅਰਸ ਹੈਗੇ ਆ, ਉਹਦੇ ਵਿੱਚ ਤੁਹਾਨੂੰ ਆਪਣੇ ਪੂਰੇ ਦੰਦ ਦੀ ਰਗੜਾਈ ਕਰਾਉਣ ਦੀ ਲੋੜ ਨਹੀਂ ਹੈਗੀ। ਸਾਡੇ ਕੋਲ ਬਹੁਤ ਸੋਹਣੇ ਕੰਪੋਜ਼ਿਟ ਵਿਨੀਅਰਸ ਹੁੰਦੇ ਆ ਐਂਡ ਮਤਲਬ ਕਿ ਲੈਬ ਮੇਡ ਵਿਨੀਅਰਸ ਵੀ ਹੁੰਦੇ ਆ ਜਿਹੜੇ ਅਸੀਂ ਡਾਇਰੈਕਟ ਦੰਦ ਦੇ ਉੱਤੇ ਹਲਕੀ ਜਿਹੀ ਗ੍ਰਾਈਂਡਿੰਗ ਕਰਕੇ ਲਗਾ ਸਕਦੇ ਹਾਂ। ਤੁਹਾਨੂੰ ਦੰਦਾਂ ਦਾ ਲਾਸ ਵੀ ਨਹੀਂ ਹੋਏਗਾ ਐਂਡ ਤੁਹਾਡੀ ਸਮਾਈਲ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਹੋ ਜਾਊਗੀ। ਡਾਕਟਰ ਸਾਹਿਬ ਤੁਸੀਂ ਸਾਰਾ ਪਰਿਵਾਰ ਜਿਹੜਾ ਹੈਗਾ ਮੈਡੀਕਲ ਪ੍ਰੋਫੈਸ਼ਨ ਨਾਲ ਜੁੜਿਆ ਹੋ ਔਰ ਜਿਹੜੇ ਫਾਦਰ ਇਨ ਲਾ ਨੇ ਜਿਹੜਾ ਬੂਟਾ ਲਾਇਆ ਜ਼ਿੰਦਗੀ ਦੇ ਵਿੱਚ, ਉਹਨਾਂ ਨੇ ਜਿਹੜੀ ਸੇਵਾ ਕੀਤੀ ਹੈ, ਐਜੂਕੇਸ਼ਨ ਦਾ ਵੀ ਜਿਹੜਾ ਦਾਨ ਉਹਨਾਂ ਨੇ ਦਿੱਤਾ, ਸਾਰੀ ਫੈਮਿਲੀ ਤੁਸੀਂ ਉਸ ਦੇ ਵਿੱਚ ਸੇਵਾ ਕਰ ਰਹੇ ਹੋ ਔਰ ਪੇਸ਼ੈਂਟਸ ਨੂੰ ਜਿਹੜੇ ਪੇਸ਼ੈਂਟ ਦੇ ਰਿਵਿਊ ਜਿੱਦਾਂ ਪਏ ਹੈਗੇ ਆ, ਕਾਫੀ ਰਿਵਿਊਜ਼ ਤੁਹਾਡੇ ਵਧੀਆ ਪਏ ਆ। ਤੁਹਾਡਾ ਸਾਨੂੰ ਅੱਜ ਸਮਾਂ ਦੇਣ ਦੇ ਲਈ ਫਸਟ ਟਾਈਮ ਅਸੀਂ ਤੁਹਾਨੂੰ ਅੱਜ ਸਾਰਿਆਂ ਨੂੰ ਮਿਲ ਰਹੇ ਹਾਂ। ਬੜੀ ਖੁਸ਼ੀ ਹੋਈ ਸਾਨੂੰ ਇੱਕ ਯੰਗ ਐਨਰਜੈਟਿਕ ਟੀਮ ਨੂੰ ਮਿਲ ਕੇ, ਕਿਉਂਕਿ ਸਾਰੇ ਜਣੇ ਤੁਸੀਂ ਐਨਰਜੀ ਦੇ ਸੀਗੇ। 2-3 ਵਜੇ ਦਾ ਸਮਾਂ ਇੰਨੇ ਪੇਸ਼ੈਂਟ ਤੁਸੀਂ ਕਰ ਚੁੱਕੇ ਹੋ, ਰੈਸਟ ਦਾ ਸਮਾਂ ਤੁਹਾਡਾ, ਲੇਕਿਨ ਤੁਹਾਡੇ ਮੂੰਹਾਂ ਦੇ ਉੱਪਰ ਪੂਰੀ ਗਲੋ ਸਾਰਿਆਂ ਦੇ ਉੱਪਰ ਦੇਖ ਕੇ ਬੜੀ ਖੁਸ਼ੀ ਹੋਈ ਔਰ ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ।